ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ। ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰੰ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੋਭ ਸੁਮਤ ਪ੍ਰਕਾਸਕ। ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ। ਯਕ ਅਰਜ ਗੁਫਤਮ ਪੇਸਤੋ ਦਰ ਗੋਸ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ। ਯਕ ਅਰਜ ਗੁਫਤਮ ਪੇਸਤੋ ਦਰ ਗੋਸ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਜਗ ਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਇਆ ਸਦਕਾ ਪਵਿੱਤਰ ਸਤ ਸੰਗਤ ਦਾ ਸੁਭਾਗ ਸਮਾਂ ਸਵਾਸਾਂ ਦੇ ਸਫਲ ਕਰਨ ਨੂੰ ਪ੍ਰਾਪਤ ਹੋਇਆ ਹੈ।
ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਭਾਰੀ ਮਹਿਮਾ ਜਦੋਂ ਤਲਵੰਡੀ ਦੇ ਨਿਵਾਸੀ ਲੋਕ ਜਾਣਨ ਲੱਗੇ, ਮਹਾਰਾਜ ਜੀ ਨੇ ਆਪਣਾ ਸੁਭਾਅ ਫੇਰ ਲਿਆ। ਸੱਚੇ ਪਾਤਸ਼ਾਹ ਜੀ ਜੇ ਬਾਹਰ ਜਾਂਦੇ ਹੈ ਤੇ ਰੁੱਖ ਥੱਲੇ ਕਈ ਚਿਰ ਸੱਚੇ ਪਾਤਸ਼ਾਹ ਜੀ ਚਾਦਰਾ ਲੈ ਕੇ ਬਰਾਜੇ ਰਹਿੰਦੇ ਹੈ। ਆਪਣੇ ਆਪ ਵਿੱਚ ਮਹਾਰਾਜ ਮਸਤ ਹੋ ਗਏ। ਬਾਹਰ ਦੀ ਸਤਿਗੁਰਾਂ ਜੀ ਨੇ ਜਿਹੜੀ ਸੁਰਤ ਸੀ ਉਹ ਭੁਲਾ ਦਿੱਤੀ। ਘਰ ਵਿੱਚ ਵੀ ਜਦੋਂ 2 ਦਿਨ ਮਹਾਰਾਜ ਇਉਂ ਹੀ ਸਤਿਗੁਰੂ ਜੀ ਬਰਾਜੇ ਰਹੇ, ਮਹਾਰਾਜ ਦੇ ਪਿਤਾ ਜੀ ਨੂੰ ਸਾਰੇ ਇਉਂ ਕਹਿਣ ਲੱਗੇ ਕਿ ਸ਼ਾਇਦ ਕੋਈ ਕਿਸੇ ਪ੍ਰਕਾਰ ਕੋਈ ਛਾਇਆ ਹੋ ਗਈ ਹੈ ਜਾਂ ਕੋਈ ਰੋਗ ਲੱਗ ਗਿਆ ਏ। ਇਉਂ ਆਪੋ ਆਪਣੀਆਂ ਸਭ ਨੇ ਸਲਾਹਾਂ ਦਿੱਤੀਆਂ। ਮਹਾਰਾਜ ਦੇ ਪਿਤਾ ਜੀ ਨੇ ਬਹੁਤ ਸਾਰੇ ਉਪਚਾਰ ਕੀਤੇ। ਅਖੀਰ ਮੌਲਵੀ ਕੋਲ ਚੱਲ ਕਰਕੇ ਆਏ। ਕਹਿਣ ਲੱਗੇ, ਇਹ ਮੌਲਵੀ ਜੀ, ਤੁਸੀਂ ਮੇਰੇ ਪੁੱਤਰ ਨਾਨਕ ਨੂੰ ਕਿਹੋ ਜਿਹੀ ਫਾਰਸੀ ਪੜ੍ਹਾਈ ਹੈ? ਉਹ ਤਾਂ ਬਾਹਰ ਦੀ ਸਾਰੀ ਸੁਰਤੀ ਗਵਾ ਬੈਠਾ ਏ। ਮੌਲਵੀ ਜੀ ਨੂੰ ਕਿਹਾ ਕਿ ਤੁਸੀਂ ਨਾਲ ਚੱਲੋ, ਆਓ ਵੇਖੋ ਆ ਕਰਕੇ ਤੇ ਵੇਖ ਕੇ ਦੱਸੋ ਕਿ ਕੀ ਕਾਰਨ ਮੈਂ, ਸ਼ਾਇਦ ਤੁਹਾਨੂੰ ਹੀ ਕੋਈ ਪਤਾ ਚੱਲ ਸਕੇ। ਮੌਲਵੀ ਜੀ ਸੁਣ ਕਰਕੇ ਆ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚਾਦਰਾ ਲੈ ਕੇ ਸਤਿਗੁਰੂ ਜੀ ਬਰਾਜੇ ਹੋਏ ਹੈ, ਮੌਲਵੀ ਨੇ ਬਹੁਤ ਯਤਨ ਕੀਤੇ ਪਰ ਸੱਚੇ ਪਾਤਸ਼ਾਹ ਜੀ ਨੇ ਕੋਈ ਉੱਤਰ ਨਹੀਂ ਦਿੱਤਾ। ਅਖੀਰ ਮੌਲਵੀ ਬਹੁਤ ਦੀਨ ਜਿਹਾ ਹੋ ਕੇ ਮਨ ਦੇ ਅੰਦਰ ਕਿਹਾ, ਖੁਦਾ ਦਾ ਵਾਸਤਾ ਜੇ ਨਾਨਕ ਜੀ ਕੁਝ ਬੋਲੋ। ਜਦੋਂ ਖੁਦਾ ਦਾ ਵਾਸਤਾ ਪਾਇਆ, ਸੱਚੇ ਪਾਤਸ਼ਾਹ ਜੀ ਨੇ ਆਪਣੇ ਕਮਲ ਵਰਗੇ ਨੇਤਰ ਖੋਲ੍ਹੇ ਹੈ। ਗਰੀਬ ਨਵਾਜ ਉੱਠ ਕੇ ਬੈਠ ਗਏ ਹੈ। ਕਿਹਾ, ਮੌਲਾਨਾ ਜੀ, ਤੁਸਾਂ ਖੁਦਾ ਦਾ ਵਾਸਤਾ ਪਾਇਆ, ਇਸ ਕਰਕੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਹਾਂ, ਨਹੀਂ ਤੇ ਸਾਡਾ ਚਿੱਤ ਨਹੀਂ ਕਰਦਾ ਗੱਲਬਾਤ ਕਰਨ ਨੂੰ। ਕਿਹਾ, ਕੀ ਗੱਲ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਸੰਸਾਰ ਨਾਸ਼ਵੰਤ ਹੈ, ਵਾਹਿਗੁਰੂ ਦੇ ਭਜਨ ਕਰਕੇ ਹੀ ਸਵਾਸਾਂ ਨੂੰ ਸਫਲ ਕਰਨਾ ਚਾਹੀਦਾ। ਹਜ਼ੂਰ ਨੇ ਜੋ ਤਲੰਗ ਰਾਗ ਦਾ ਸ਼ਬਦ ਉਹ ਸਤਿਗੁਰਾਂ ਜੀ ਨੇ ਉਚਾਰਨ ਕੀਤਾ। ਰਹਾਉ ਦੀਆਂ ਪੰਕਤੀਆਂ ਤੋਂ ਜੋ ਹੈ ਕਵਿਰਾਜ ਜੀ ਨੇ ਇੱਥੇ ਅਰਥ ਚੱਕਿਆ। ਜੋ ਮਹਾਰਾਜ ਜੀ ਨੇ ਆਖਿਆ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਇਜ਼ਰਾਇਲ ਗ੍ਰਿਫਤਹਿ ਦਿਲ ਹੇਚ ਨਾ ਦਾਨੀ। ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕਰਕੇ ਮੌਲਵੀ ਕਹਿਣ ਲੱਗਾ ਕਿ ਅਜੇ ਤਾਂ ਤੁਹਾਡੀ ਉਮਰ ਬੜੀ ਛੋਟੀ ਹੈ, ਇਹ ਗੱਲਾਂ ਤਾਂ ਬਿਰਧ ਹੋ ਕੇ ਕਰ ਲਿਓ। ਮੇਰੇ ਵਰਗਿਆਂ ਦੀ ਵੇਖੋ ਉਮਰ ਸਾਰੀ ਲੰਘ ਗਈ ਹੈ, ਪਰ ਫਿਰ ਵੀ ਸਾਨੂੰ ਇਹ ਗੱਲਾਂ ਚੇਤੇ ਨਹੀਂ। ਹੁਣ ਤਾਂ ਤੁਸੀਂ ਜਿਹੜਾ ਹੈ ਉਹ ਧਨ ਦਾ ਸੁੱਖ ਪਾਵੋ, ਜਵਾਨੀ ਦਾ ਸੁੱਖ ਪਾਵੋ, ਸਾਰੇ ਰਿਸ਼ਤੇਦਾਰਾਂ ਨਾਲ ਮਿਲ ਬੈਠੋ, ਹੱਸੋ ਖੇਡੋ। ਇਹੋ ਜਿਹੀਆਂ ਗੱਲਾਂ ਤਾਂ ਬਿਰਧ ਹੋ ਕੇ ਕਰ ਲੈਣੀਆਂ ਚਾਹੀਦੀਆਂ। ਫਿਰ ਸੱਚੇ ਪਾਤਸ਼ਾਹ ਜੀ ਨੇ ਆਖਿਆ, ਮੌਲਵੀ ਜੀ, ਕਲਯੁਗ ਵਿੱਚ 100 ਸਾਲ ਦੀ ਉਮਰ ਹੈ ਜੀਵ ਦੀ। ਫਿਰ ਤੁਹਾਨੂੰ ਦੱਸਦੇ ਹਾਂ ਕਿ ਭਜਨ ਕਰਨ ਦਾ ਸਮਾਂ ਜੀਵ ਕੋਲ ਕਿੱਥੇ ਹੈਗਾ। ਮਹਾਰਾਜ ਕਹਿੰਦੇ 100 ਸਾਲ ਦੀ ਉਮਰ ਵਿੱਚੋਂ 50 ਤਾਂ ਸੁੱਤਿਆਂ ਹੀ ਲੰਘ ਜਾਂਦੇ ਹੈ। ਫਿਰ ਪਹਿਲੇ 15 ਸਾਲ ਬਾਲਪਨ ਦੇ ਹੈ ਤੇ ਫਿਰ 80 ਤੋਂ ਅੱਗੇ ਜਿਹੜੇ 20 ਸਾਲ ਹਨ ਅਖੀਰਲੇ, ਉਹ ਇੰਦਰੇ ਸਿਥਲ ਹੋ ਜਾਂਦੇ ਆ। ਕੰਮ ਕਾਰਨ ਦੇ ਕਰਨ ਜੋਗਾ ਨਹੀਂ ਰਹਿੰਦਾ ਹੈ। ਆਪਦੀ ਕਿਰਿਆ ਵੀ ਆਪ ਨਹੀਂ ਸੋਧੀ ਜਾਂਦੀ ਤੇ ਫਿਰ ਸੇਵਾ ਸਿਮਰਨ ਭਜਨ ਕੀ ਕਰਨਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ 15 ਸਾਲ ਬਚਦੇ ਹੈ ਉਹ ਵੀ ਵੇਖੋ ਮੌਲਵੀ ਜੀ, ਜੀਵ ਮਲ ਮੂਤਰ ਦੇ ਤਿਆਗਣ ਵਿੱਚ, ਸੌਂ ਵਾਹਿਗੁਰੂ ਉੱਠਣ ਬੈਠਣ ਦੇ ਅੰਦਰ, ਖਾਣ ਪੀਣ ਦੇ ਅੰਦਰ ਤੇ ਹੋਰ ਵਿਹਾਰਾਂ ਦੇ ਅੰਦਰ ਬਤੀਤ ਕਰ ਦਿੰਦਾ ਏ। ਫਿਰ ਧਨ ਦੇ ਪੈਦਾ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ। ਫਿਰ ਇਸਤਰੀ ਤੋਂ ਵਧੇ ਪਰਿਵਾਰ ਦੇ ਵਿੱਚ ਮੋਹ ਫਸ ਜਾਂਦਾ ਹੈ ਤੇ ਉਸ ਤੋਂ ਅੱਗੇ ਫਿਰ ਜਿੱਥੇ ਪੁੱਤਰਾਂ ਨੂੰ
ਪੁੱਤਰੀਆਂ ਨੂੰ ਖਿਡਾਉਂਦਾ ਹੈ, ਫਿਰ ਪੋਤਰਿਆਂ ਨੂੰ ਪੋਤਰੀਆਂ ਨੂੰ ਖਿਡਾਉਂਦਾ ਹੈ। ਆਪ ਦੇ ਭਜਨ ਵਾਸਤੇ, ਆਪ ਦੀ ਕਲਿਆਣ ਵਾਸਤੇ ਕਦੇ ਵੀ ਕੋਈ ਯਤਨ ਨਹੀਂ ਕਰਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਗਰੀਬ ਨਵਾਜ ਜੀ ਨੇ ਸਾਰਾ ਕੁਝ ਗਿਣਾ ਕਰਕੇ ਦੱਸਿਆ ਤੇ ਮਹਾਰਾਜ ਜੀ ਨੇ ਫਿਰ ਇਹ ਫਰਮਾਇਆ ਕਿ ਜੀਵ ਜਿਹੜਾ ਹੈ ਸ਼ੁਭ ਅਸ਼ੁਭ ਕਰਮਾਂ ਦੇ ਅੰਦਰ ਲੱਜਾ ਨਹੀਂ ਕਰਦਾ। ਰਾਤ ਦਿਨ ਇਹਦੇ ਇਉਂ ਹੀ ਬਤੀਤ ਹੁੰਦੇ ਹੈ। ਮੋਹ ਵਿੱਚ ਸਾਰਾ ਜਨਮ ਲੱਗ ਜਾਂਦਾ ਹੈ। ਜਦੋਂ ਹਾਰ ਜਾਂਦਾ ਹੈ ਨਾ ਫਿਰ ਅੰਤ ਦੇ ਸਮੇਂ ਇਹਨੂੰ ਪਤਾ ਲੱਗਦਾ ਹੈ, ਜਬ ਇਸਕੇ ਉਰ ਸੋ ਸਮਝ ਸੋ ਆਵੈ। ਜਦੋਂ ਇਹਦੇ ਹਿਰਦੇ ਵਿੱਚ ਮਹਾਰਾਜ ਕਹਿੰਦੇ ਸਮਝ ਆਉਂਦੀ ਹੈ ਨਾ, ਤਬ ਮਨ ਵਿਸ਼ਿਆਂ ਤੇ ਉਲਟਾਵੈ। ਤਦੋਂ ਮਨ ਜਿਹੜਾ ਵਿਸ਼ਿਆਂ ਤੋਂ ਉਲਟਦਾ, ਜਦੋਂ ਗੁਰੂ ਜੀ ਦੇ ਗਿਆਨ ਨਾਲ ਇਹਨੂੰ ਸਮਝ ਲੱਗੇ ਅਤੇ ਜਦੋਂ ਫਿਰ ਮਨ ਵਿਸ਼ਿਆਂ ਤੋਂ ਉਲਟਦਾ, ਤਦੋਂ ਬੇਨਤੀ ਦਿਲ ਤੋਂ ਨਿਕਲਦੀ ਹੈ, ਕਰਹਿ ਬੰਦਗੀ ਪੇਸ਼ ਖੁਦਾਏ। ਫਿਰ ਖੁਦਾ ਦੇ ਸਨਮੁਖ ਹੋ ਕਰਕੇ ਬੰਦਗੀ ਕਰਦਾ ਹੈ, ਜਿਉਂ ਮੈਂ ਤੁਮਕੋ ਕਹੋ ਸੁਣਾਏ। ਸਤਿਗੁਰੂ ਜੀ ਕਹਿੰਦੇ ਜੋ ਅਸੀਂ ਤੁਹਾਡੇ ਤਾਈਂ ਮੌਲਵੀ ਜੀ ਸੁਣਾ ਕਰਕੇ ਕਹਿੰਦੇ ਹਾਂ, ਜਦੋਂ ਸਮਝ ਆ ਜਾਂਦੀ ਹੈ ਨਾ, ਉਦੋਂ ਇਸ ਪ੍ਰਕਾਰ ਫਿਰ ਬੇਨਤੀ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਮੌਲਵੀ ਜੀ ਕਹਿੰਦੇ ਮਹਾਰਾਜ ਕਿਵੇਂ ਖੁਦਾ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਤੇ ਹਜ਼ੂਰ ਦੱਸਦੇ ਹਨ। ਆਓ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਰਾਗ ਤਲੰਗ ਦੇ ਅੰਦਰ ਹੈ। ਸੱਚੇ ਪਾਤਸ਼ਾਹ ਜੀ ਮੌਲਵੀ ਦੇ ਤਾਈਂ ਬਖਸ਼ਿਸ਼ ਕਰਦੇ ਹਨ। ਯਕ ਅਰਜ ਗੁਫਤਮ ਪੇਸ ਤੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਮਨ ਵਿਸ਼ਿਆਂ ਤੋਂ ਉਲਟ ਜਾਂਦਾ ਨਾ, ਪ੍ਰਭੂ ਦੀ ਪ੍ਰੀਤ ਮੰਗਦਾ ਫਿਰ ਮਨ। ਜਦੋਂ ਸਮਝ ਆਉਂਦੀ ਹੈ, ਵਿਸ਼ੇ ਕੌੜੇ ਲੱਗਦੇ ਹੈ, ਵਾਹਿਗੁਰੂ ਦੇ ਪ੍ਰੇਮ ਦੀ ਭੁੱਖ ਜਾਗਦੀ ਹੈ, ਫਿਰ ਪਰਮੇਸ਼ਰ ਦੇ ਅੱਗੇ, ਖੁਦਾ ਦੇ ਅੱਗੇ ਅਰਦਾਸ ਕਰਦਾ ਹੈ ਜੀਵ। ਕੀ ਅਰਦਾਸ ਕਰਦਾ ਹੈ? ਯਕ ਅਰਜ ਗੁਫਤਮ ਪੇਸ ਤੋਂ। ਹੇ ਵਾਹਿਗੁਰੂ, ਯਕ ਦਾ ਅਰਥ ਹੈ ਇੱਕ। ਜਿਹੜੀ ਇਸ ਪ੍ਰਕਾਰ ਫਿਰ ਪੜੋ। ਯਕ ਅਰਜ ਗੁਫਤਮ ਪੇਸ ਤੋ। ਅਰਜ ਮੇਰੀ ਬੇਨਤੀ ਹੈ, ਗੁਫਤਮ ਕਹਿਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਕਹਿੰਦਾ ਹੈ ਕਿ ਮਹਾਰਾਜ ਮੇਰੀ ਇੱਕ ਬੇਨਤੀ ਹੈ ਆਪ ਦੇ ਅੱਗੇ। ਪੇਸ ਤੋਂ ਆਪ ਦੇ ਅੱਗੇ ਸਾਹਮਣੇ ਮੇਰੀ ਬੇਨਤੀ ਹੈ। ਦਰ ਗੋਸ ਕੁਨ ਕਰਤਾਰ। ਆਪਣੇ ਕੁਨ ਕੰਨਾਂ ਦੇ ਵਿੱਚ, ਦਰ ਵਿੱਚ ਧਿਆਨ ਦੇ ਕਰਕੇ ਇਹ ਪਰਮੇਸ਼ਰ ਮੇਰੀ ਬੇਨਤੀ ਮਹਾਰਾਜ ਸੁਣਨਾ ਕਰੋ। ਹੱਕਾ ਕਬੀਰ ਕਰੀਮ ਤੂੰ। ਹੇ ਵਾਹਿਗੁਰੂ, ਤੂੰ ਹੱਕਾ ਸੱਚ ਸਰੂਪ ਹੈ, ਕਬੀਰ ਵੱਡਾ ਹੈ। ਹੱਕਾ ਕਬੀਰ ਕਰੀਮ ਤੂੰ। ਫਿਰ ਕਰੀਮ ਰਹਿਮ ਦੇ ਕਰਨ ਵਾਲਾ ਹੈ, ਕਿਰਪਾ ਦੇ ਕਰਨ ਵਾਲਾ ਹੈ। ਬੇਐਬ ਪਰਵਦਗਾਰ। ਐਬਾਂ ਤੋਂ ਰਹਿਤ ਹੈ, ਦੋਸ਼ਾਂ ਤੋਂ ਰਹਿਤ ਹੈ, ਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਪਰਮੇਸ਼ਰ। ਮੇਰੀ ਬੇਨਤੀ ਆਪ ਦੇ ਚਰਨਾਂ ਦੇ ਅੰਦਰ, ਤੇ ਧਿਆਨ ਦੇ ਕਰਕੇ ਮੇਰੀ ਇਹ ਬੇਨਤੀ ਸੁਣੋ। ਮੈਨੂੰ ਆਪਣੇ ਪ੍ਰੇਮ ਦੀ ਦਾਤ ਬਖਸ਼ੋ, ਮੈਨੂੰ ਆਪਣੇ ਨਾਮ ਦੀ ਦਾਤ ਜਿਹੜੀ ਹੈ ਬਖਸ਼ੋ। ਇਉਂ ਕਰਕੇ ਮਹਾਰਾਜ ਕਹਿੰਦੇ ਫਿਰ ਜਾਗਿਆ ਹੋਇਆ ਮਨ ਮੌਲਵੀ ਜੀ ਅਰਦਾਸ ਕਰਦਾ ਹੈ। ਕਬੀਰਾਜ ਇਸ ਦਾ ਟੀਕਾ ਕਰਦੇ ਹੋਏ ਫਰਮਾਉਂਦੇ ਆ ਜੋ ਹਜ਼ੂਰ ਸਿੱਖਿਆ ਦੇ ਰਹੇ ਹਨ ਮੌਲਵੀ ਜੀ ਨੂੰ। ਦੋਹਰਾ ਅਰਜ਼ ਕਹੋ ਅਗਰਜ ਪ੍ਰਭੂ। ਹੇ ਵਾਹਿਗੁਰੂ, ਮੈਂ ਆਪ ਜੀ ਦੇ ਅੱਗੇ ਇੱਕ ਅਰਦਾਸ ਕਰਦਾ ਹਾਂ। ਸੁਣੀਏ ਦੈ ਕਰ ਕਾਨ। ਕੰਨ ਦੇ ਕਰਕੇ ਮੇਰੀ ਬੇਨਤੀ ਨੂੰ ਸੁਣਨਾ ਕਰੋ। ਹੱਕ ਕਬੀਰ ਕਰੀਮ ਤੂੰ। ਹੇ ਵਾਹਿਗੁਰੂ, ਤੂੰ ਸੱਚ ਸਰੂਪ ਹੈ, ਕਬੀਰ ਵੱਡਾ ਹੈ।
ਕਰੀਮ ਰਹਿਮ ਦੇ ਕਰਨ ਵਾਲਾ ਹੈ, ਕਿਰਪਾ ਦੇ ਕਰਨ ਵਾਲਾ ਹੈ। ਦੇਹੁ ਨਾਮ ਕੋ ਦਾਨ। ਮੈਨੂੰ ਮਹਾਰਾਜ ਨਾਮ ਦਾ ਦਾਨ ਦੇ ਦਿਓ, ਇਹ ਮੇਰੀ ਅਰਦਾਸ ਹੈ। ਜਾਗਿਆ ਹੋਇਆ ਮਨ ਹੀ ਇਹ ਮੰਗਦਾ ਨਾ, ਸੁੱਤਾ ਪਿਆ ਮਨ ਤਾਂ ਸੰਸਾਰ ਵਾਸਤੇ ਹੀ ਮੰਗੀ ਜਾਂਦਾ ਹੈ। ਸਰੀਰ ਬਿਰਧ ਹੋ ਜਾਂਦਾ ਹੈ ਤਾਂ ਵੀ ਆਪਣੇ ਪੁੱਤਨ ਵਿਸ਼ਿਆਂ ਤੋਂ ਉਲਟਦਾ ਹੈ ਨਾ। ਜਦੋਂ ਜਾਗਦਾ ਹੈ, ਇਹਨੂੰ ਸਮਝ ਪੈਂਦੀ ਹੈ, ਤਦੋਂ ਮਹਾਰਾਜ ਕਹਿੰਦੇ ਫਿਰ ਜਦੋਂ ਅੰਤ ਦਾ ਸਮਾਂ ਆ ਜਾਂਦਾ ਹੈ ਫਿਰ ਤਾਂ ਬਹੁਤ ਪਛਤਾਵਾ ਲੱਗਦਾ ਹੈ। ਜੇ ਕਰਕੇ ਇਹਨੂੰ ਪਹਿਲਾਂ ਸਮਝ ਪੈ ਜਾਵੇ, ਪਤਾ ਲੱਗ ਜਾਵੇ ਸਾਰੀ ਸਹੀ ਗੱਲ ਦਾ, ਫਿਰ ਇਉਂ ਅਰਦਾਸ ਜਿਹੜੀ ਹੈ ਦੀਪ ਫਿਰ ਦਿਲੋਂ ਕਰਦਾ ਹੈ। ਮਹਾਰਾਜ ਕਹਿੰਦੇ ਅਸੀਂ ਤਾਂ ਪਰਮੇਸ਼ਰ ਦੇ ਅੱਗੇੋਂ ਮੌਲਵੀ ਜੀ ਅਰਦਾਸ ਕਰਦੇ ਹਾਂ। ਚਾਉ ਪਈ ਕਰਹਿ ਬੰਦਗੀ ਤਨ ਮਨ ਦੀਨਾ। ਫਿਰ ਬੰਦਗੀ ਕਰਦਾ ਹੈ ਜੀਵ ਤਨ ਮਨ ਦੇ ਕਰਕੇ, ਆਪਣਾ ਤਨ ਵੀ ਬੰਦਗੀ ਵਿੱਚ ਲਾਉਂਦਾ ਹੈ, ਮਨ ਨੂੰ ਵੀ ਬੰਦਗੀ ਵਿੱਚ ਲਾ ਲੈਂਦਾ ਏ। ਨਾਮ ਸੋ ਜਾਚੇ ਹੋਏ ਅਧੀਨਾ। ਬਹੁਤ ਅਧੀਨ ਹੋ ਕਰਕੇ, ਗਰੀਬੀ ਧਾਰ ਕੇ, ਨਿਮਰਤਾ ਧਾਰ ਕੇ ਨਾਮ ਦੀ ਜਾਚਨਾ ਕਰਦਾ ਹੈ, ਨਾਮ ਦੀ ਦਾਤ ਮੰਗਦਾ ਫਿਰ ਖੁਦਾ ਦੇ ਕੋਲੋਂ। ਦੀਨ ਬੰਦ ਤਬ ਕਰੁਣਾ ਧਾਰੈ। ਜੋ ਗਰੀਬਾਂ ਦਾ ਸੰਬੰਧੀ ਹੈ ਨਾ ਵਾਹਿਗੁਰੂ ਖੁਦਾ, ਉਹ ਫਿਰ ਕਿਰਪਾ ਧਾਰਦਾ ਹੈ, ਮਿਹਰ ਕਰਦਾ ਹੈ। ਜਦੋਂ ਇੰਨੀ ਗਰੀਬੀ ਵਿੱਚ ਜੀਵ ਆ ਕਰਕੇ ਮੰਗਦਾ ਹੈ ਨਾ, ਜਦੋਂ ਇੰਨੀ ਨਿਮਰਤਾ ਧਾਰ ਕੇ ਮੰਗੀਏ, ਫਿਰ ਉਹ ਖੁਦਾ ਤਾਂ ਮਿਹਰ ਦੇ ਕਰਨ ਵਾਲਾ ਹੈ ਸਦਾ ਹੀ। ਉਹਦਾ ਤਾਂ ਸੁਭਾਅ ਹੀ ਕਰੀਮ ਹੈ, ਰਹੀਮ ਹੈ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵੱਡਾ ਹੈ ਸਭ ਤੋਂ, ਨਾਲੇ ਸਾਰੀਆਂ ਹੀ ਦਾਤਾਂ ਉਹਦੇ ਕੋਲ ਹੈ। ਜਦੋਂ ਇੰਨੀ ਗਰੀਬੀ ਧਾਰ ਕੇ, ਇੰਨੀ ਨਿਮਰਤਾ ਧਾਰ ਕੇ ਵਾਹਿਗੁਰੂ ਦੇ ਕੋਲੋਂ ਮੰਗੀਏ ਨਾ ਮੌਲਵੀ ਜੀ, ਫਿਰ ਉਹ ਕਿਰਪਾ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰਦਾ ਏ। ਦੇ ਕਰ ਨਾਮ ਦਾਸ ਨਿਸਤਾਰੈ। ਦੇ ਕਰਕੇ ਆਪਣੇ ਨਾਮ ਦੀ ਦਾਤ ਤੇ ਆਪਣੇ ਦਾਸ ਨੂੰ, ਸੇਵਕ ਨੂੰ ਫਿਰ ਵਾਹਿਗੁਰੂ ਜੀ ਤਾਰ ਦਿੰਦੇ ਆ। ਸੁਨ ਸ੍ਰੀ ਗੁਰ ਕੇ ਬੈਨ ਮੁਲਾਨਾ। ਮੁਲਾਨੇ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਸੁਣੇ ਆ, ਜਿਨ ਤੇ ਮਿਟਤ ਬਿਕਟ ਅਗਿਆਨਾ। ਜਿਨ੍ਹਾਂ ਬਚਨਾਂ ਦੇ ਸੁਣਨੇ ਕਰਕੇ ਜਿਹੜਾ ਕਠਨ ਅਗਿਆਨ ਹੈ ਉਹ ਨਾਸ਼ ਹੁੰਦਾ ਹੈ। ਅਗਿਆਨ ਦਾ ਹਨੇਰਾ ਨਾਸ਼ ਕਰਨ ਵਾਲੇ ਹਨ ਸ੍ਰੀ ਗੁਰੂ ਜੀ ਦੇ ਪਵਿੱਤਰ ਬਚਨ। ਕਾਲੂ ਹੇਤ ਕਹਿਨ ਪੁਨ ਲਾਗਿਓ। ਫਿਰ ਮੌਲਾਨਾ ਜੀ ਨਾ ਬਾਬਾ ਕਾਲੂ ਜੀ ਦੇ ਵਾਸਤੇ ਸ੍ਰੀ ਗੁਰੂ ਜੀ ਨੂੰ ਕਹਿਣ ਲੱਗੇ, ਧੰਨ ਤੁਮਾਰੋ ਮਨ ਅਨੁਰਾਗਿਓ। ਕਿ ਧੰਨ ਹੋ ਨਾਨਕ ਜੀ, ਤੁਹਾਡਾ ਜਿਹੜਾ ਮਨ ਹੈ ਉਹ ਇੰਨਾ ਪ੍ਰੇਮ ਵਿੱਚ ਭਿੱਜ ਗਿਆ ਏ। ਜਿਉ ਤੁਮ ਰੀਤ ਕਹਿਤ ਯਹ ਸਾਚੀ। ਜੋ ਤੁਸੀਂ ਬਚਨ ਕਹਿੰਦੇ ਹੋ ਇਹ ਠੀਕ ਬਿਲਕੁਲ ਇਸੇ ਰੀਤੀ ਨਾਲ ਹੀ ਸੱਚਾ ਏ। ਹਰ ਚਰਨਨ ਮਹਿ ਮਤ ਰੁਚ ਰਾਚੀ। ਤੁਹਾਡੀ ਮਤ ਅਤੇ ਤੁਹਾਡੀ ਚਿੱਤ ਦੀ ਜਿਹੜੀ ਰੁਚੀ ਹੈ, ਇੱਛਾ ਹੈ, ਉਹ ਵਾਹਿਗੁਰੂ ਦੇ ਅੱਲਾ ਦੇ ਖੁਦਾ ਦੇ ਨਾਮ ਵਿੱਚ ਮਿਲੀ ਹੋਈ ਹੈ। ਤਦਪ ਤੁਮਰੋ ਸਭ ਪਰਿਵਾਰੂ। ਤਦਪ ਤਾਂ ਵੀ ਵੇਖੋ ਇਹ ਜਿਹੜਾ ਤੁਹਾਡਾ ਸਾਰਾ ਪਰਿਵਾਰ ਹੈ, ਭੇ ਦਿਲਗੀਰ ਜੋ ਹੈ ਹਿਤਕਾਰੂ। ਬੜੇ ਇਹ ਦੁਖੀ ਹੋ ਰਹੇ ਐ ਜਿਹੜੇ ਤੁਹਾਡੇ ਨਾਲ ਸਾਰੇ ਪ੍ਰੇਮ ਕਰਦੇ ਐ। ਇਨ ਕੋ ਹੇਤ ਕਰੋ ਜਿਉ ਹਰਖੇ। ਇਹਨਾਂ ਦੇ ਵਾਸਤੇ ਜਿਵੇਂ ਇਹ ਚਾਹੁੰਦੇ ਉਵੇਂ ਕਰੋ, ਜਿਵੇਂ ਫਿਰ ਇਹ ਖੁਸ਼ ਹੋ ਜਾਣ ਉਹ ਕਾਰਜ ਕਰੋ, ਜਿਵੇਂ ਇਹ ਖੁਸ਼ ਰਹਿਣ ਤੁਹਾਡੇ ਸਾਰੇ ਹੀ ਜੋ ਰਿਸ਼ਤੇਦਾਰ ਹਨ। ਤੁਮਰੋ ਮੋਹ ਆਨ ਇਨ ਕਰਖੇ। ਕਿਉਂਕਿ ਤੁਹਾਡਾ ਮੋਹ ਜਿਹੜਾ ਹੈ ਨਾ ਇਹਨਾਂ ਨੂੰ ਆ ਕੇ ਖਿੱਚ ਪਾਉਂਦਾ ਏ। ਪਿਤਾ ਪਿਤਾ ਨੁਜ ਔਰ ਜਿਗਿਆਤੀ। ਵੇਖੋ ਤੁਹਾਡੇ ਪਿਤਾ ਜੀ ਖੜੇ ਐ, ਪਿਤਾ ਅਨੁਜ ਭਾਵ ਪਿਤਾ ਜੀ ਦਾ ਛੋਟਾ ਭਰਾ ਆ ਮਹਾਰਾਜ ਦੇ ਚਾਚਾ ਲਾਲੂ ਜੀ ਅਤੇ ਹੋਰ ਸੰਬੰਧੀ ਜਿਹੜੇ ਰਿਸ਼ਤੇਦਾਰ ਹਨ ਉਹ ਖੜੇ ਹਨ। ਨਹਿ ਤਿਨ ਕੋ ਅਸਰੀਤ ਸੁਹਾਤੀ। ਤੇ ਇਹਨਾਂ ਨੂੰ ਤੁਹਾਡੀ ਇਹ ਜਿਹੜੀ ਰੀਤੀ ਹੈ ਨਾ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਇਹ ਇਹਨਾਂ ਨੂੰ ਚੰਗੀ ਨਹੀਂ ਲੱਗਦੀ। ਬੋਲੋ ਬਿਗਸੋ ਵਿਚਰੋ ਸੰਗਾ। ਇਹਨਾਂ ਨਾਲ ਬੋਲੋ, ਹੱਸੋ, ਖੇਡੋ ਤੇ ਵਿਚਰੋ ਇਹਨਾਂ ਦੇ ਨਾਲ, ਇਹ ਇਹਨਾਂ ਦੀ ਇੱਛਾ ਏ। ਕਰੋ ਕਾਜ ਸਭ ਸਹਿਤ ਉਮੰਗਾ। ਸਾਰੇ ਕਾਰਜ ਕਰੋ ਬੜੇ ਉਤਸ਼ਾਹ ਦੇ ਸਹਿਤ। ਸੁਨ ਕਰ ਸ੍ਰੀ ਨਾਨਕ ਤਿਹ ਬਾਨੀ। ਸੁਣ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮੌਲਾਨਾ ਜੀ ਦੇ ਇਹ ਬੋਲ। ਬੋਲੇ ਦੀਨ ਬੰਦ ਸੁਖਦਾਨੀ। ਗਰੀਬਾਂ ਦੇ ਮਾਲਕ, ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਸ਼੍ਰੀ ਕੰਠ ਤੋਂ ਬੋਲੇ। ਸ੍ਰੀ
ਮੁਖ ਵਾਕ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਸ਼ਬਦ ਦਾ ਫਿਰ ਇਹ ਅਗਲਾ ਪਦ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਐ। ਪਹਿਲਾ ਬੰਦ ਜਿਹੜਾ ਉਹ ਯਾਕਰਜ ਤੋਂ ਸ਼ੁਰੂ ਹੁੰਦਾ ਹੈ, ਦੂਸਰਾ ਦੁਨੀਆ ਮੁਕਾਮੇ ਫਾਨੀ ਜਿਹੜਾ ਕੱਲ ਆ ਗਿਆ, ਇਹ ਤੀਸਰਾ ਬੰਦ ਮਹਾਰਾਜ ਕਹਿੰਦੇ ਹਨ ਜਨ ਪਿਸਰ ਪਦਰ ਬਿਰਾਦਰਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਆਖਿਆ ਨਾ ਮੌਲਾਨਾ ਜੀ ਨੇ, ਮਹਾਰਾਜ ਤੁਹਾਡਾ ਇਹ ਪਰਿਵਾਰ ਹੈ, ਸੰਬੰਧੀ ਹੈ, ਵੇਖੋ ਤੁਹਾਡਾ ਆਪਣਾ ਨਹੀਂ ਮਨ ਕਰਦਾ ਤੇ ਇਹਨਾਂ ਵਾਸਤੇ ਹੀ ਤੁਸੀਂ ਇਹਨਾਂ ਵਿੱਚ ਹੱਸੋ ਖੇਡੋ, ਇਹ ਤੁਹਾਡੇ ਮੌਜਾਂ ਮਾਣਨ ਦੇ ਦਿਨ ਮੈਂ ਇਹਨਾਂ ਦੇ ਲਈ ਹੀ ਤੁਸੀਂ ਇਉਂ ਕਰੋ, ਕਿੰਨਾ ਤੁਹਾਡੇ ਨਾਲ ਮੋਹ ਕਰਦੇ ਐ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਫਿਰ ਇਸ ਪ੍ਰਸ਼ਨ ਦੇ ਉੱਤਰ ਹਜੂਰ ਨੇ ਦਿੱਤਾ ਏ। ਜਨ ਪਿਸਰ ਪਦਰ ਬਿਰਾਦਰਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਜਨ ਜੋ ਇਸਤਰੀ ਹੈ, ਪਿਸਰ ਜੋ ਪੁੱਤਰ ਵੈ, ਪਦਰ ਜੋ ਪਿਤਾ ਹੈ ਤੇ ਬਰਾਦਰਾਂ ਜੋ ਭਰਾ ਹਨ। ਕਸ ਨੇਸ ਦਸਤੰਗੀਰ। ਮਹਾਰਾਜ ਕਹਿੰਦੇ ਅੰਤ ਦੇ ਸਮੇਂ ਕਿਸੇ ਨੇ ਵੀ ਜਿਹੜਾ ਨਾ ਹੱਥ ਜਿਹੜਾ ਹੈ ਉਹ ਨਹੀਂ ਪਕੜਨਾ ਹੈ। ਆਖਰ ਬਿਫਤਮ ਕਸ ਨਾ ਦਾਰਦ। ਮਹਾਰਾਜ ਕਹਿੰਦੇ ਜਦੋਂ ਅਖੀਰ ਦਾ ਸਮਾਂ ਆਇਆ, ਬਿਫਤਮ ਹੁੰਦਾ ਡਿੱਗਣਾ, ਕਸ ਨਾ ਦਾਰਦ। ਮਹਾਰਾਜ ਕਹਿੰਦੇ ਕੋਈ ਵੀ ਇਹਨਾਂ ਵਿੱਚੋਂ ਦਾਰਦ ਰੱਖਣ ਨੂੰ ਸਮਰੱਥ ਨਹੀਂ ਹੋਵੇਗਾ, ਕੋਈ ਸਵਾਸ ਨਹੀਂ ਤੇ ਸਮੇਂ ਰੱਖ ਸਕੇਗਾ, ਕੋਈ ਜਿੰਦਾ ਨਹੀਂ ਰੱਖ ਸਕੇਗਾ। ਚੂੰ ਸਵਦ ਤਕਬੀਰ। ਤਕਬੀਰ ਕਹਿੰਦੇ ਆ ਉਹ ਨਮਾਜ਼ ਜੋ ਮੁਰਦੇ ਨੂੰ ਦਫਨਾਉਣ ਵੇਲੇ ਪੜ੍ਹੀ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੂੰ ਜਦੋਂ ਸਵਦ ਹੋਵੇਗੀ ਤਕਬੀਰ ਉਹ ਨਮਾਜ਼, ਤੇ ਜਦੋਂ ਉਹ ਨਮਾਜ਼ ਪੜ੍ਹ ਦਿੱਤੀ ਫਿਰ ਕੋਈ ਮੁਰਦੇ ਨੂੰ ਇਹਨਾਂ ਵਿੱਚੋਂ ਕੋਈ ਰੱਖ ਸਕੇਗਾ? ਨਾ ਇਸਤਰੀ ਰੱਖ ਸਕਦੀ ਹੈ, ਨਾ ਪੁੱਤਰ, ਨਾ ਪਿਤਾ, ਨਾ ਭਰਾ, ਕੀ ਉਹਨੂੰ ਰੱਖ ਸਕਦੇ ਐ? ਨਹੀਂ, ਫਿਰ ਤਾਂ ਉਹਨੂੰ ਦਫਨਾਉਣਾ ਹੀ ਹੁੰਦਾ ਜਦੋਂ ਉਹ ਨਮਾਜ਼ ਪੜ੍ਹ ਦਿੱਤੀ ਜਾਂਦੀ ਹੈ। ਚਾਉ ਪਈ ਪਿਤਾ ਭਰਾਤ ਤੇ ਤਾਤ ਸਮੇਤੂ। ਹੁਣ ਇਹਦਾ ਅਰਥ ਕਬੀਰਾਜ ਜੀ ਹੋਰ ਸੌਖੇ ਢੰਗ ਨਾਲ ਕਰਦੇ ਹਨ, ਫਿਰ ਪੜੋ। ਪਿਤਾ ਭਰਾਤ ਤੇ ਤਾਤ ਸਮੇਤੂ। ਪਿਤਾ ਭਰਾ ਤੇ ਇਸ ਪ੍ਰਕਾਰ ਇਸਤਰੀ ਤੇ ਪੁੱਤਰ ਇਹਨਾਂ ਸਾਰਿਆਂ ਦੇ ਸਮੇਤ। ਇਨ ਕੋ ਲਖੋ ਕੂਰ ਸਭ ਹੇਤੂ। ਮਹਾਰਾਜ ਕਹਿੰਦੇ ਮੌਲਾਨਾ ਜੀ ਇਹਨਾਂ ਦਾ ਜਿਹੜਾ ਪ੍ਰੇਮ ਹੈ ਨਾ, ਮੋਹ, ਉਹ ਸਾਰਾ ਝੂਠ ਹੈ। ਇਹ ਗੱਲ ਲਖ ਲੈਣਾ ਕਰੋ, ਸਮਝ ਲੈਣਾ ਕਰੋ। ਧਨ ਬਿਨ ਜੀਵਤ ਤਿਆਗੇ ਸੰਗਾ। ਜਦੋਂ ਧਨ ਤੋਂ ਹੀਣਾ ਹੋ ਜਾਂਦਾ ਨਾ ਜੀਵ, ਇਹ ਤਾਂ ਜਿਉਂਦਿਆਂ ਜੀ ਹੀ ਤਿਆਗ ਦਿੰਦੇ ਆ। ਧਨ ਨਾ ਹੋਵੇ ਤਾਂ ਇਹ ਤਾਂ ਸੰਬੰਧ ਜਿਹੜੇ ਜਿਉਂਦਿਆਂ ਹੀ ਟੁੱਟ ਜਾਂਦੇ ਆ। ਧਨ ਹੋਵੇ ਰਹਿ ਸੰਗ ਉਮੰਗਾ। ਧਨ ਹੋਵੇ ਤਾਂ ਰਹਿੰਦੇ ਆ ਬੜੇ ਉਤਸ਼ਾਹ ਦੇ ਨਾਲ ਜੁੜੇ ਹੋਏ। ਜਬ ਜਮ ਆਨ ਗਹਿ ਇਸ ਪ੍ਰਾਨੀ। ਜਦੋਂ ਜਮ ਮੌਤ ਆਉਂਦੀ ਹੈ ਤੇ ਜਮ ਆ ਕਰਕੇ ਇਸ ਪ੍ਰਾਣੀ ਦੇ ਤਾਂ ਹੀ ਪਕੜਦੇ ਆ। ਤਬ ਰਾਖਨ ਕੀ ਕਹਾਂ ਕਹਾਣੀ। ਤਦੋਂ ਇਹਨਾਂ ਨੇ ਰੱਖਣ ਦੀ ਕਿੱਥੇ ਕੀ ਗੱਲ ਹੈ? ਫਿਰ ਇਹ ਰੱਖ ਸਕਦੇ ਆ? ਨਹੀਂ ਰੱਖ ਸਕਦੇ। ਨਾ ਇਸਤਰੀ ਮੌਤ ਤੋਂ ਬਚਾ ਸਕਦੀ, ਨਾ ਪੁੱਤਰ, ਨਾ ਪਿਤਾ, ਨਾ ਭਰਾ। ਮਹਾਰਾਜ ਕਹਿੰਦੇ ਅੰਤ ਦੇ ਸਮੇਂ ਕੋਈ ਵੀ ਇਹਨਾਂ ਵਿੱਚੋਂ ਰੱਖਿਆ ਨਹੀਂ ਕਰ ਸਕਦਾ। ਅੰਤ ਕਾਲ ਗਹਿਲੀਨ ਇਕਾਕੀ। ਤੇ ਅੰਤ ਦਾ ਸਮਾਂ ਜਦੋਂ ਆਉਂਦਾ ਹੈ ਨਾ, ਫੜ ਲੈਂਦੇ ਆ ਜਮ ਫਿਰ ਇਕੱਲੇ ਨੂੰ। ਤਬ ਤਕਬੀਰ ਹੋਏ ਕਿਆ ਤਾਂ ਕੀ। ਮਹਾਰਾਜ ਕਹਿੰਦੇ ਉਦੋਂ ਫਿਰ ਇਹਨਾਂ ਦੀ ਉਹ ਕੀਤੀਆਂ ਹੋਈਆਂ ਦੁਆਵਾਂ, ਪੜ੍ਹੀ ਹੋਈ ਨਮਾਜ਼ ਸਤਿਗੁਰੂ ਜੀ ਕਹਿੰਦੇ ਕੀ ਕਰ ਸਕਦੀ ਹੈ? ਇਹ ਮੌਲਾਨਾ ਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਉਹ ਤਕਬੀਰ ਸ਼ਬਦ ਵਰਤਿਆ ਹੈ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅੰਤ ਦੀ ਅਰਦਾਸ ਹੋ ਜਾਂਦੀ ਹੈ, ਫਿਰ ਉਹ ਜਦੋਂ ਮੁਰਦਾ ਫਿਰ ਉੱਠ ਨਹੀਂ ਨਾ ਸਕਦਾ, ਨਾ ਇਹਨਾਂ ਚੋਂ ਕੋਈ ਉਠਾਉਣ ਨੂੰ ਸਮਰੱਥ ਹੈ, ਉਦੋਂ ਸਵਾਸ ਨਹੀਂ ਕੋਈ ਪਾ ਸਕਦਾ ਹੈ। ਚਰਨ ਸੰਗ ਜੋ ਸ੍ਰੀ ਹਰਿ ਰੰਗਾ। ਮਹਾਰਾਜ ਕਹਿੰਦੇ ਜੋ ਸ਼੍ਰੀ ਸ਼੍ਰੋਮਣੀ ਵਾਹਿਗੁਰੂ ਦਾ ਪ੍ਰੇਮ ਹੈ ਨਾ, ਉਹ ਨਾਲ ਚੱਲਦਾ ਹੈ ਕੇਵਲ, ਹੋਰ ਕੋਈ ਚੀਜ਼ ਵੀ ਨਾਲ ਨਹੀਂ ਨਿਭਦੀ ਪਰਲੋਕ ਨੂੰ। ਨਾਮ ਨਾ ਜਪਿਓ ਰਹਿਓ ਮਨ ਭੰਗਾ। ਤੇ ਨਾਮ ਜਪਿਆ ਹੀ ਨਹੀਂ, ਮਨ ਜਿਹੜਾ ਹੈ ਨਾਮ ਵੱਲੋਂ ਟੁੱਟਿਆ ਹੀ ਰਿਹਾ, ਮਨ ਭੰਗੀ ਹੋਇਆ ਰਿਹਾ। ਨਾਮ ਜਪਣ ਦਾ ਨਾਂ ਲਵੋ, ਉਸੇ ਵੇਲੇ ਬੁੱਲਾਂ ਤੇ ਸਿਕਰੀ ਜੰਮ ਜਾਂਦੀ। ਨਾਮ ਜਪਣ ਦਾ ਨਾਂ ਲਓਗੇ, ਸੁਖਮਨੀ ਸਾਹਿਬ ਪੜ੍ਹ ਲਈਏ, ਗਸ਼ ਪੈ ਜਾਂਦੀ ਹੈ। ਐਡੀ ਵੱਡੀ ਬਾਣੀ ਕਿੱਥੋਂ ਭੋਗ ਪਏਗਾ? ਤੇ ਗੱਲਾਂ ਮਾਰਨੀਆਂ, ਗੱਪਾਂ ਮਾਰਨੀਆਂ ਭਾਵੇਂ 2-3 ਘੰਟੇ ਪਤਾ ਹੀ ਨਹੀਂ ਲੱਗਦਾ ਹੈ। ਨਾਮ ਵੱਲੋਂ ਮਨ ਜਿਹੜਾ ਮਹਾਰਾਜ ਕਹਿੰਦੇ ਭੰਗ ਹੋਇਆ ਰਹਿੰਦਾ,
ਟੁੱਟਿਆ ਰਹਿੰਦਾ ਹੈ ਨਾਮ ਵੱਲੋਂ ਮਨ। ਭਾ ਅਨਾਥ ਜਮ ਮਾਰਗ ਮਾਹੀ। ਜਦੋਂ ਜਮਾਂ ਦੇ ਮਾਰਗ ਰਸਤੇ ਤੇ ਤੁਰਦਾ ਹੈ ਨਾ, ਫਿਰ ਅਨਾਥਾਂ ਵਰਗੀ ਹਾਲਤ ਹੁੰਦੀ ਹੈ। ਜਿਵੇਂ ਕੋਈ ਅਨਾਥ ਹੋਵੇ, ਉਹਦਾ ਕੋਈ ਮਾਲਕ ਨਹੀਂ, ਤੇ ਇਉਂ ਹਾਲਤ ਹੁੰਦੀ ਹੈ। ਫਿਰ ਜਮ ਜਦੋਂ ਪਰਲੋਕ ਦੇ ਰਾਹ ਤੇ ਤੋਰਦੇ ਹੈ, ਅਨਾਥਾਂ ਵਰਗੀ ਹਾਲਤ ਹੁੰਦੀ ਹੈ। ਜਿਹੜਾ ਮਰਜੀ ਐਵੇਂ ਅਨਾਥ ਨੂੰ ਠੁੱਡ ਮਾਰ ਦਿੰਦਾ ਨਾ, ਇਸ ਤਰ੍ਹਾਂ ਫਿਰ ਨਰਾਦਰੀ ਹੁੰਦੀ ਹੈ। ਅਨਕ ਜਾਤ ਨਾ ਹੋਵੇ ਜਾਹੀ। ਤੇ ਜਿੱਥੇ ਅਨੇਕਾਂ ਪ੍ਰਕਾਰ ਦੀ ਮਹਾਰਾਜ ਕਹਿੰਦੇ ਫਿਰ ਜਾਤਨਾ ਸਜ਼ਾਵਾਂ ਹੁੰਦੀਆਂ, ਤਾੜਨਾ ਹੁੰਦੀ ਹੈ। ਨਹਿ ਸਹਾਏ ਤਿਨ ਕੋ ਸੰਬੰਧੂ। ਉੱਥੇ ਫਿਰ ਕੋਈ ਵੀ ਸੰਬੰਧੀ ਰਿਸ਼ਤੇਦਾਰ, ਨਾ ਇਸਤਰੀ, ਨਾ ਪੁੱਤਰ, ਨਾ ਪਿਤਾ, ਨਾ ਭਰਾ, ਕੋਈ ਵੀ ਮਹਾਰਾਜ ਕਹਿੰਦੇ ਸਹਾਈ ਨਹੀਂ ਹੁੰਦਾ ਏ। ਜਿਨ ਮਹਿ ਪਚਿਓ ਰਹਿਓ ਮਤ ਅੰਧੂ। ਅੰਧੀ ਮਤ ਵਾਲਾ, ਜਿਨ੍ਹਾਂ ਦੇ ਅੰਦਰ ਸਦਾ ਹੀ ਫਸਿਆ ਰਿਹਾ, ਉਹਨਾਂ ਵਿੱਚੋਂ ਹੁਣ ਕੌਣ ਆ ਕਰਕੇ ਸਹਾਈ ਹੋਵੇ। ਮਹਾਰਾਜ ਕਹਿੰਦੇ ਕੋਈ ਵੀ ਫਿਰ ਮੌਲਾਨਾ ਜੀ ਸਹਾਇਤਾ ਨਹੀਂ ਕਰਦਾ ਹੈ ਪਰਲੋਕ ਦੇ ਉਸ ਰਸਤੇ ਦੇ ਉੱਪਰ। ਜਾਨੀ ਹਿਰਦੈ ਮੁਲਾਨੇ ਰੀਤੀ। ਇਹ ਮੌਲਾਨਾ ਜੀ ਨੇ ਜਾਣਿਆ ਕਿ ਰੀਤੀ ਤਾਂ ਇਹ ਬਿਲਕੁਲ ਸੱਚੀ ਕਹਿ ਰਹੇ ਆ, ਕਿਉਂਕਿ ਇਸਲਾਮ ਦੇ ਵਿੱਚ ਵੀ ਜ਼ਿਕਰ ਤਾਂ ਇਉਂ ਹੀ ਆਉਂਦਾ ਨਾ। ਪਰ ਹੁਣ ਜੇ ਕੋਈ ਧਾਰਮਿਕ ਉਪਦੇਸ਼ ਨੂੰ ਮੰਨੇ ਹੀ ਨਾ, ਇਉਂ ਮੌਲਾਨਾ ਜੀ ਨੇ ਜਾਣ ਲਿਆ ਕਿ ਰੀਤੀ ਤਾਂ ਇਹ ਜਿਹੜਾ ਨਿਯਮ ਇਹ ਤਾਂ ਸੱਚਾ ਕਿਹਾ ਏ। ਭਰਪੂਰਨ ਔਰ ਮਹਿ ਹਰ ਪ੍ਰੀਤੀ। ਵਾਹਿਗੁਰੂ ਦੀ, ਅੱਲਾ ਦੀ, ਖੁਦਾ ਦੀ ਪ੍ਰੀਤੀ ਦੇ ਅੰਦਰ ਇਹਨਾਂ ਦਾ ਮਨ ਪਰਿਪੂਰਨ ਮੈਂ, ਇਹਨਾਂ ਦੇ ਅੰਦਰ ਭਰੀ ਪਈ ਹੈ ਖੁਦਾ ਦੀ ਪ੍ਰੀਤੀ। ਇਸਕੇ ਬਚਨ ਮੋਹ ਮਨ ਫੇਰਾ। ਇਹਨਾਂ ਦੇ ਬਚਨਾਂ ਨੇ ਮੌਲਾਨਾ ਜੀ ਮਨ ਵਿੱਚ ਸੋਚਦੇ ਐ ਕਿ ਮੇਰਾ ਹੀ ਮਨ ਬਦਲ ਦਿੱਤਾ ਏ। ਜਿਉ ਮਤੰਗ ਅੰਕੁਸ਼ ਕਰ ਪ੍ਰੇਰਾ। ਜਿਵੇਂ ਮਤੰਗ ਹਾਥੀ ਹੁੰਦਾ ਨਾ, ਉਹਨੂੰ ਕੁੰਡੇ ਨਾਲ ਪ੍ਰੇਰ ਲਈਦਾ, ਚਲਾ ਲਈਦਾ ਹੈ, ਇਸ ਪ੍ਰਕਾਰ ਮਨ ਹਾਥੀ ਵਰਗਾ ਅਮੋੜ ਵੈ। ਪਰ ਗੁਰੂ ਜੀ ਦਾ ਸ਼ਬਦ ਕੁੰਡੇ ਦੀ ਨਿਆਈ ਜਦੋਂ ਮੌਲਾਨਾ ਜੀ ਦੇ ਮਨ ਰੂਪੀ ਹਾਥੀ ਦੇ ਉੱਤੇ ਵੱਜਾ ਨਾ, ਤੇ ਅਮੋੜ ਹਾਥੀ ਵਰਗਾ ਮਨ ਜਿਹੜਾ ਵਿਸ਼ਿਆਂ ਵਿਕਾਰਾਂ ਵੱਲੋਂ ਨਹੀਂ ਸੀ ਉਲਟਦਾ, ਉਹ ਮੌਲਾਨਾ ਜੀ ਦਾ ਮਨ ਆਪਣਾ ਹੀ ਉਲਟਣ ਲੱਗ ਪਿਆ। ਵੇਖ ਰਹੇ ਐ ਕਿ ਮੇਰੇ ਮਨ ਦੇ ਉੱਤੇ ਅਸਰ ਹੋਣ ਲੱਗ ਗਿਆ। ਮੌਲਾਨਾ ਜੀ ਦਾ ਮਨ ਜਿਹੜਾ ਹੈ ਸੰਸਾਰ ਦੇ ਸੁੱਖਾਂ ਵੱਲੋਂ ਫਿਰਨ ਲੱਗ ਪਿਆ। ਕਹੈ ਗੁਨਾ ਕਰ ਬਾਣੀ ਸਾਚੀ। ਤੇ ਕਹਿੰਦਾ ਹੈ, ਮਨ ਵਿੱਚ ਸੋਚਦਾ ਹੈ ਮੌਲਾਨਾ ਜੀ ਕਿ ਤੇ ਗੁਣਾਂ ਦਾ ਘਰ ਹਨ, ਗੁਣਾਂ ਦੀ ਖਾਨ ਹਨ, ਸੱਚੀ ਬਾਣੀ ਬੋਲਦੇ ਐ, ਸੱਚਾ ਬਚਨ ਆਪਣੇ ਮੁਖ ਤੋਂ ਕਹਿ ਰਹੇ ਐ। ਕੂਰ ਕੁਟੰਬ ਪ੍ਰੀਤ ਰੁਚ ਰਾਚੀ। ਕਿ ਜਿਹੜੀ ਦਿਲ ਦੀ ਰੁਚੀ ਲੱਗੀ ਹੋਈ ਹੈ ਨਾ, ਇਹ ਝੂਠੀ ਹੈ। ਕੁਟੰਬ ਪਰਿਵਾਰ ਦੀ ਪ੍ਰੀਤੀ, ਜਿਹਦੇ ਵਿੱਚ ਦਿਲ ਦੀ ਰੁਚੀ, ਦਿਲ ਦੀ ਇੱਛਾ ਸਦਾ ਹੀ ਲੱਗੀ ਰਹਿੰਦੀ ਹੈ। ਆਖਰ ਕੋ ਰਖਵਾਰ ਨਾ ਸੰਗੀ। ਆਖਰ ਦੇ ਸਮੇਂ ਜਦੋਂ ਅਖੀਰ ਦਾ ਵਕਤ ਆਉਂਦਾ ਹੈ, ਕੋਈ ਰਖਵਾਲਾ ਨਹੀਂ ਹੁੰਦਾ, ਕੋਈ ਸੰਗੀ ਨਹੀਂ ਹੁੰਦਾ ਨਾਲ। ਸਹੇ ਜੀਵ ਯਹ ਦੁਖ ਇਕੰਗੀ। ਤੇ ਇਕੱਲਾ ਹੀ ਸਾਰੇ ਫਿਰ ਦੁੱਖ ਜਿਹੜੇ ਆ ਉਹ ਜੀਵ ਸਹਿੰਦਾ ਹੈ ਪਰਲੋਕ ਦੇ ਰਸਤੇ ਤੇ। ਅਸ ਅਨਜਾਨ ਪਨੇ ਮਹਿਮਾਨਵ। ਇਹੋ ਜੇ ਅਣਜਾਣ ਪੁਣੇ ਵਿੱਚ ਮਨੁੱਖ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ ਭੁੱਲਿਆ ਹੋਇਆ। ਬਚੇ ਰਹਿਣ ਦਿਨ ਭੇਵ ਨਾ ਜਾਣਵ। ਰਾਤ ਦਿਨ ਹੀ ਫਸਿਆ ਰਹਿੰਦਾ ਹੈ, ਭੇਦ ਹੀ ਨਹੀਂ ਜਾਣਦਾ ਸਚਾਈ ਕੀ ਹੈ, ਅਸਲ ਕੀ ਹੈ। ਗਾਫਲਤਾਈ ਇੰਨੀ ਹੈ, ਅਵਿਦਿਆ ਦੀ ਨੀਂਦ ਇੰਨੀ ਹੈ, ਅਗਿਆਨ ਦਾ ਹਨੇਰਾ ਇੰਨਾ ਜ਼ਿਆਦਾ ਹੈ, ਪਤਾ ਹੀ ਨਹੀਂ ਲੱਗਦਾ ਹੈ। ਉਮਰਾਂ ਇਉਂ ਹੀ ਬਤੀਤ ਹੁੰਦੀ ਜਾਂਦੀ ਹੈ। ਆਪਣੇ ਮੁਖ ਤੋਂ ਕਹਿੰਦਾ ਵੀ ਹੈ ਮਰ ਜਾਣਾ, ਮਰ ਜਾਣਾ, ਪਰ ਸਮਝ ਕੋਈ ਵੀ ਨਹੀਂ। ਕੰਮ ਫੇਰ ਉਹੋ ਜਿਹੀ ਹੈ ਸਾਰੇ, ਜਿਹੜੇ ਕਿ ਆਪਣੀ ਮੌਤ ਨੂੰ ਵਿਸਾਰ ਕੇ ਹੀ ਜਿਹੜਾ ਹੈ ਸੰਸਾਰ ਦੇ ਅੰਦਰ ਵਿਵਹਾਰ ਕਰਦਾ ਰਹਿੰਦਾ ਹੈ। ਰਾਤ ਦਿਨ ਹੀ ਉੱਥੇ ਫਸਿਆ ਰਹਿੰਦਾ ਹੈ, ਜਿੱਥੋਂ ਛੁੱਟ ਨਾ ਪਾਵੇ। ਅਸ ਵਿਚਾਰ ਕਰ ਹਿਰਦੈ ਮੌਲਾਨਾ। ਇਹ ਗੱਲ ਸਾਰੀ ਹਿਰਦੇ ਵਿੱਚ ਵਿਚਾਰ ਕੇ, ਚੰਗੀ ਤਰ੍ਹਾਂ ਸੋਚ ਕੇ ਮੌਲਾਨਾ ਜੀ ਲੱਖ ਮਹਿਮਾ ਮੁਖ ਬਚਨ ਬਖਾਨਾ। ਮਹਾਰਾਜ ਦੀ ਮਹਿਮਾ ਜਾਣ ਗਏ ਫਿਰ, ਤੇ ਮੁਖ ਤੋਂ ਇਉਂ ਬਚਨ ਕਹਿਣ ਲੱਗੇ। ਅਲਪ ਬੈਸ ਏਤੀ ਦਾਨਾਈ। ਕਹਿਣ ਲੱਗਾ ਮੌਲਾਨਾ ਕਿ ਇੰਨੀ ਛੋਟੀ ਉਮਰ ਤੇ ਇੰਨੀ ਜ਼ਿਆਦਾ ਸਿਆਣਪ, ਐਡੀ ਜ਼ਿਆਦੀ ਦਾਨਾਈ, ਇੰਨਾ ਜ਼ਿਆਦਾ ਤੁਹਾਡਾ ਸੁਭਾਅ ਜਿਹੜਾ ਹੈ ਸਿਆਣਾ ਹੈ, ਇੰਨੀ ਤੁਹਾਨੂੰ ਅਕਲ ਵੈ, ਇੰਨੀ ਤੁਹਾਨੂੰ ਸਮਝ ਵੈ, ਉਮਰ ਕਿੰਨੀ ਛੋਟੀ ਹੈ। ਕੋ ਅਵਤਰਿਓ ਸੰਤ ਸੁਖਦਾਈ। ਮੈਨੂੰ ਤੇ ਇਉਂ ਲੱਗਦਾ ਹੈ ਕਿ ਤੁਸੀਂ ਸੁੱਖਾਂ ਨੂੰ ਦੇਣ ਲਈ
ਕੋਈ ਸੰਤ ਰੂਪ ਅਵਤਾਰ ਧਾਰਿਆ ਹੈ ਸਿਸਤਾ ਵਿਖੈ ਬੰਦਗੀ ਜਾਨੀ। ਕਿ ਤੁਸੀਂ ਬਾਲਕ ਪੁਣੇ ਦੇ ਵਿੱਚ ਹੀ ਬਚਪਨ ਦੀ ਅਵਸਥਾ ਵਿੱਚ ਹੀ ਬੰਦਗੀ ਦੀ ਰੀਤ ਜਾਣ ਲਈ ਹੈ। ਨੇਕੀ ਕਾਰ ਕਰਨ ਮਨ ਠਾਨੀ। ਨੇਕੀ ਭਲੇ ਵਾਲੇ ਕੰਮ ਕਰਨ ਦੀ ਮਨ ਵਿੱਚ ਤੁਸੀਂ ਠਾਨੀ ਹੈ, ਭਾਵ ਧਾਰਨ ਕੀਤੀ ਹੈ। ਭਲਾਈ ਕਰਨ ਦਾ ਮਨ ਵਿੱਚ ਖਿਆਲ ਧਾਰਨ ਕੀਤਾ ਹੈ। ਬਦੀ ਖਿਆਲ ਦਿਲ ਦੀਨ ਭੁਲਾਈ। ਤੇ ਜਿਹੜਾ ਬਦੀ ਦਾ ਖਿਆਲ ਵੈ ਬੁਰੇ ਕਰਮ ਦਾ, ਉਹ ਮਨ ਵਿੱਚੋਂ ਭੁਲਾ ਹੀ ਦਿੱਤਾ ਹੈ। ਰੀਤ ਪ੍ਰੀਤ ਕੀ ਚੀਤ ਬਸਾਈ। ਤੇ ਇੱਕ ਪ੍ਰੇਮ ਦੀ ਰੀਤ ਜਿਹੜੀ ਹੈ ਨਾ, ਉਹ ਤੁਸੀਂ ਆਪਣੇ ਚਿੱਤ ਵਿੱਚ ਵਸਾ ਲਈ ਹੈ। ਇੱਕ ਰਸ ਵਿਸ਼ਯਨ ਤੇ ਉਦਾਸ ਮਤ ਕੀਨੀ। ਵਿਸ਼ਿਆਂ ਤੋਂ ਆਪਣੇ ਮਨ ਦੀ ਮਤ ਨੂੰ ਉਦਾਸ ਕਰ ਲਿਆ ਹੈ। ਗਿਰਾ ਪ੍ਰੇਮ ਪਰਮੇਸ਼ਵਰ ਭੀਨੀ। ਜਿਹੜੀ ਤੁਹਾਡੀ ਗਿਰਾ ਬਾਣੀ ਹੈ, ਇਹ ਪਰਮੇਸ਼ਰ ਦੇ ਪ੍ਰੇਮ ਵਿੱਚ ਭਿੱਜੀ ਹੋਈ ਹੈ। ਉਸਤਤ ਕੇ ਬਚ ਸੁਨਮੁਖ ਸਦਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਸੁਖ ਦੇ ਘਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਖ ਸਦਨਾ, ਜਦੋਂ ਸੁੱਖਾਂ ਦੇ ਘਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਇਹ ਆਪਣੀ ਉਸਤਤ ਦੇ ਬੋਲ ਮੌਲਾਨਾ ਜੀ ਦੇ ਮੁਖ ਤੋਂ ਸੁਣੇ ਆ। ਕਹਿਓ ਤ੍ਰਿਤੀਯ ਪਦ ਪੰਕਜ ਬਦਨਾ। ਮਹਾਰਾਜ ਨੇ ਆਪਣੇ ਕਮਲ ਸ਼੍ਰੀ ਕੇ ਮੁਖ ਤੋਂ ਫਿਰ ਜਿਹੜਾ ਸੀ ਨਾ, ਇਹ ਸ਼ਬਦ ਦਾ ਅਗਲਾ ਪਦ ਜਿਹੜਾ ਭਾਵ ਤੀਸਰਾ ਪਦ ਜਿਹੜਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹਿਣਾ ਕੀਤਾ। ਸ੍ਰੀ ਮੁਖ ਵਾਕ ਸਭ ਰੋਜ ਗਸਤਮ ਦਰ ਹਵਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਸਭ ਕਹਿੰਦੇ ਆ ਰਾਤ ਨੂੰ, ਰੋਜ਼ ਕਹਿੰਦੇ ਆ ਦਿਨ ਨੂੰ, ਗਸਤਮ ਕਹਿੰਦੇ ਆ ਫਿਰਨਾ, ਦਰ ਕਹਿੰਦੇ ਵਿੱਚ, ਤੇ ਹਵਾ ਕਹਿੰਦੇ ਹਿਰਸ ਲਾਲਚ ਦੇ ਵਿੱਚ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੀਵ ਜਿਹੜਾ ਨਾ, ਹੇ ਮੌਲਾਨਾ ਜੀ, ਹਿਰਸ ਲਾਲਚ ਦੇ ਵਿੱਚ ਹੀ ਰਾਤ ਦਿਨ ਜਿਹੜਾ ਤੁਰਿਆ ਫਿਰਦਾ ਰਹਿੰਦਾ। ਫੁਰਨੇ ਲਾਲਚ ਵਾਲੀ ਰਾਤ ਦਿਨ ਰਹਿੰਦੇ ਐ, ਆਹ ਕਰ ਲਵਾਂਗੇ, ਇਉਂ ਕਰਾਂਗੇ, ਇਉਂ ਹਿਰਸ ਨਹੀਂ ਇਸ ਦੇ ਅੰਦਰੋਂ ਮਿਟਦੀ ਹੈ। ਕਰ ਦੇਮ ਬਦੀ ਖਿਆਲ। ਤੇ ਮਹਾਰਾਜ ਕਹਿੰਦੇ ਕਰਦੇ ਆ ਜਿਹੜੇ ਹਨ, ਕਰ ਦੇਮ ਬਦੀ ਖਿਆਲ, ਬਦੀ ਵਾਲੇ ਖਿਆਲ ਵੈ, ਕੋਈ ਚੰਗਾ ਨਹੀਂ, ਬੁਰੇ ਹੀ ਖਿਆਲ ਸਦਾ ਅੰਦਰ ਮਨ ਦੇ ਵਿੱਚ ਜੀਵ ਕਰਦਾ ਰਹਿੰਦਾ ਏ। ਕਾਹੇ ਨਾ ਨੇਕੀ ਕਾਰ ਕਰਦਮ। ਸੱਚੇ ਪਾਤਸ਼ਾਹ ਕਹਿੰਦੇ ਕਦੇ ਵੀ ਨੇਕੀ ਨਹੀਂ, ਭਲਾ ਕਾਰਜ ਨਹੀਂ ਆਪਣੇ ਹੱਥਾਂ ਨਾਲ ਕਰਦਾ, ਨਾ ਹੀ ਮਨ ਦੇ ਅੰਦਰ ਭਲੇ ਦਾ ਕਦੇ ਵਿਚਾਰ ਕਰਦਾ, ਭਜਨ ਕਰਨ ਦਾ। ਮਮ ਈਂਚ ਨੀ ਅਹਵਾਲ। ਸੱਚੇ ਪਾਤਸ਼ਾਹ ਜੀ ਆਪਣੇ ਆਪ ਤੇ ਟੁਕਾ ਕਰਕੇ ਕਹਿੰਦੇ ਐ ਕਿ ਗਰੀਬ ਨਵਾਜ ਕਹਿੰਦੇ ਇਹ ਸਾਡੀ ਇਹੋ ਜੀ ਹਾਲਤ ਵੈ, ਇਹ ਗੱਲ ਨੂੰ ਸਮਝਣਾ ਕਰੋ। ਚਾਉ ਪਈ ਬਦੀ ਖਿਆਲ ਨਿਸਬਾਸੁਰ ਮਾਹੀ। ਹੁਣ ਇਹਦਾ ਫਿਰ ਵਿਸਥਾਰ ਨਾਲ ਅਰਥ ਕਰਦੇ ਆ, ਕਵੀਰਾਜ ਫਰਮਾਉਂਦੇ ਹਨ, ਬਦੀ ਖਿਆਲ ਨਿਸਬਾਸੁਰ ਮਾਹੀ। ਕਿ ਰਾਤ ਦਿਨ ਹੀ ਬਦੀਆਂ ਦੇ ਖਿਆਲ ਜਿਹੜੇ ਆ ਨਾ, ਬੁਰੇ ਖਿਆਲ, ਇਹਦੇ ਵਿੱਚ ਹੀ ਜੀਵ ਦੇ ਇਹ ਸਮਾਂ ਜਿਹੜਾ ਹੈ ਉਹ ਲੰਘਦਾ ਹੈ। ਰਾਤ ਦਿਨ ਵਕਾਰਾਂ ਵਾਲੇ ਫੁਰਨੇ ਬਣੇ ਰਹਿਣੇ, ਭਜਨ ਬੰਦਗੀ ਵਿੱਚ ਸੁਰਤ ਨਾ ਜੋੜਨੀ। ਰਾਤ ਦਿਨ ਹੀ ਕਿਸੇ ਦਾ ਨੁਕਸਾਨ ਕਰਨ ਬਦਲੇ, ਈਰਖਾ ਬਦਲੇ, ਇਸ ਪ੍ਰਕਾਰ ਕਿਸੇ ਨਾਲ ਜਿਹੜਾ ਹੈ ਵੇਖ ਵੇਖ ਕਰਕੇ ਗੁਣ ਤੇ ਸੜੀ ਜਾਣਾ। ਇਸ ਤਰ੍ਹਾਂ ਰਾਤ ਦਿਨ ਹੀ ਜਿਹੜਾ ਹੈ ਉਹ ਜੀਵ ਦੇ ਬਦੀ ਦੇ ਖਿਆਲਾਂ ਵਿੱਚ ਗੁਜ਼ਰਦੇ ਹਨ। ਕਰਤ ਰਹਿਤ ਕੁਛ ਜਾਣਤ ਨਾਹੀ। ਕਰਦਾ ਰਹਿੰਦਾ ਹੈ ਇਹੋ ਜੇ ਖਿਆਲ, ਕੁਝ ਵੀ ਨਹੀਂ ਜਾਣਦਾ ਪਰਲੋਕ ਦੇ ਰਸਤੇ ਬਾਰੇ। ਚਿੰਤਾ ਮਨ ਕੋ ਤਜਹਿ ਗਵਾਰਾ। ਜਿਹੜੀ ਚਿੰਤਾ ਮਣੀ ਭਾਵ ਕਿਹੜਾ ਹੈ, ਨਾਮ ਹੈ ਵਾਹਿਗੁਰੂ ਜੀ ਦਾ, ਉਹ ਇੱਕ ਦ੍ਰਿਸ਼ਟਾਨ ਦੇ ਰਹੇ ਸੱਚੇ ਪਾਤਸ਼ਾਹ ਜੀ ਮਹਾਰਾਜ। ਜਿਹੜਾ ਇਹ ਮਣੀ ਦੀ ਨਿਆਈ ਹੈ ਨਾ, ਉਹ ਹੈ ਵਾਹਿਗੁਰੂ ਦਾ ਨਾਮ। ਪਰ ਇਹ ਗਵਾਰ ਮੂਰਖ ਜਿਹੜਾ ਇਸ ਨੂੰ ਤਿਆਗ ਕਰਕੇ ਚੱਲਦਾ ਹੈ, ਰਾਤ ਦਿਨ ਹੀ ਨਾਮ ਦਾ ਤਿਆਗ ਕਰਕੇ ਰੱਖਦਾ ਏ। ਕਾਚ ਲੇਹ ਕਰ ਜਤਨ ਅਪਾਰਾ। ਤੇ ਜਿਹੜਾ ਕੱਚ ਵੈ ਉਹਦੇ ਜਿਹੜਾ ਹੈ ਉਹਨੂੰ ਹੱਥ ਵਿੱਚ ਲੈਂਦਾ ਹੈ, ਬਹੁਤ ਜ਼ਿਆਦੇ ਯਤਨ ਕਰ ਕਰਕੇ। ਕੱਚ ਦੀ ਨਿਆਈ ਕੀ ਹੈ, ਵਿਸ਼ੇ ਵਕਾਰ, ਵਿਸ਼ਿਆਂ ਵਕਾਰਾਂ ਨੂੰ ਆਪਣੇ ਕੋਲ ਧਾਰਨ ਕਰਦਾ। ਜਿਹੜੇ ਕੱਚੇ ਤਿੜਕ ਜਾਣ ਵਾਲੇ ਐ, ਨਾਸ਼ ਹੋ ਜਾਣ ਵਾਲੇ ਐ, ਉਹਨਾਂ ਪਦਾਰਥਾਂ ਨੂੰ, ਕੱਚਿਆਂ ਨੂੰ ਆਪਣੇ ਹੱਥ ਵਿੱਚ ਪਕੜਦਾ ਏ। ਸੁਰ ਤਰ ਕੋ ਨਿਜ ਅਜਰ ਉਖਾਰਹਿ। ਜਿਵੇਂ ਮਹਾਰਾਜ ਕਹਿੰਦੇ ਭਾਈ ਕਲਪ ਬ੍ਰਿਸ਼ ਹੋਵੇ ਤੇ ਉਹਨੂੰ ਆਪਣੇ ਵਿਹੜੇ 'ਚੋਂ ਕੋਈ ਪੁੱਟ ਦੇਵੇ,
ਇਸ ਤਰ੍ਹਾਂ ਆਪਣੇ ਹਿਰਦੇ ਰੂਪੀ ਵਿਹੜੇ ਵਿੱਚੋਂ ਇਹ ਨਾਮ ਰੂਪੀ ਕਲਪ ਬ੍ਰਿਸ਼ ਨੂੰ ਪੁੱਟ ਦਿੰਦਾ, ਨਾਮ ਜਪਦਾ ਹੀ ਨਹੀਂ। ਬਨੀ ਬਬੂਰਨ ਕੀ ਵਿਸਤਾਰ ਹੈ। ਤੇ ਜਿਹੜੀ ਬਣੀ ਬਗੀਚੀ ਆ ਨਾ, ਇਹ ਕੰਡਿਆਂ ਦੀ, ਕਿੱਕਰ ਦੇ ਕੰਡਿਆਂ ਦੀ, ਉਹਦਾ ਵਿਸਥਾਰ ਕਰਦਾ ਹੈ। ਔਗਣਾ ਪਾਪਾਂ ਦੇ ਕੰਡਿਆਂ ਦਾ ਉਹ ਬਗੀਚੀ ਲਾਉਂਦਾ ਆਪਣੇ ਹਿਰਦੇ ਰੂਪੀ ਵਿਹੜੇ ਦੇ ਅੰਦਰ। ਤੇ ਜਿਹੜਾ ਕਲਪ ਬ੍ਰਿਸ਼ ਹੈ ਵਾਹਿਗੁਰੂ ਦਾ ਨਾਮ, ਉਹਨੂੰ ਉਹ ਪੁੱਟ ਦਿੰਦਾ ਜੜ੍ਹਾਂ ਤੋਂ ਹੀ। ਨਾਮ ਭਜਨ ਦੇ ਨਾਲ ਕਹਿੰਦਾ ਕੀ ਕੰਮ ਹੈ, ਇਹ ਤਾਂ ਵਿਹਲੜਾਂ ਦਾ ਕੰਮ ਹੈ। ਇਉਂ ਕਰਦਾ ਵਿਸ਼ਿਆਂ ਵਿਕਾਰਾਂ ਪਾਪਾਂ ਰੂਪੀ ਕੰਡਿਆਂ ਦੀ ਬਗੀਚੀ ਬੀਜਦਾ ਰਹਿੰਦਾ ਏ। ਤਰਕ ਸੁਦਾ ਕੋ ਹੋਏ ਸੁਰਾਪੀ। ਮਹਾਰਾਜ ਕਹਿੰਦੇ ਸੁਦਾ ਅੰਮ੍ਰਿਤ ਦੇ ਉੱਤੇ ਤਰਕ ਕਰਦਾ ਹੈ ਤੇ ਸ਼ਰਾਬ ਪੀਣ ਵਿੱਚ ਬੜਾ ਪ੍ਰੇਮ ਸਮਝਦਾ ਹੈ। ਇਹੋ ਜੀ ਹਾਲਤ ਵੈ। ਤੇ ਸੰਸਾਰ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ ਨਾ। ਭਲਾ ਕਰਮ ਕਰਨਾ ਹੈ, ਅੰਮ੍ਰਿਤ ਛਕਣਾ ਹੈ, ਤੇ ਕਿੰਨੀਆਂ ਤਰਕਾਂ ਕਰਦੇ ਆ ਲੋਕ। ਪ੍ਰਭੂ ਦੇ ਨਾਮ ਜਪਣ ਵਿੱਚ ਕਿੰਨੀਆਂ ਤਰਕਾਂ ਬਤਰਕਾਂ ਕਰਦੇ ਆ। ਤੇ ਜੇ ਕਰਕੇ ਬੁਰਾ ਕਰਮ ਕਰਨਾ, ਉੱਥੇ ਕੋਈ ਤਰਕ ਨਹੀਂ ਹੈ। ਜਿਹੜੇ ਇਸ ਪ੍ਰਕਾਰ ਪੱਬਾਂ ਕਲੱਬਾਂ ਤੇ ਜਾਂਦੇ, ਉੱਥੇ ਕੋਈ ਤਰਕ ਨਹੀਂ ਹੈ। ਸ਼ਰਾਬ ਪੀਣ ਵਿੱਚ ਕੋਈ ਤਰਕ ਨਹੀਂ, ਅੰਮ੍ਰਿਤ ਦੇ ਪੀਣ ਵਿੱਚ ਮਹਾਰਾਜ ਕਹਿੰਦੇ ਤਰਕ ਕਰਦਾ ਏ। ਤਜ ਚੰਦਨ ਗਹਿ ਬੰਸ ਸੰਤਾਪੀ। ਤੇ ਚੰਦਨ ਨੂੰ, ਚੰਦਨ ਦੀ ਨਿਆਈ ਜਿਹੜਾ ਪ੍ਰਭੂ ਦਾ ਨਾਮ ਹੈ, ਭਗਤੀ, ਉਹਨੂੰ ਛੱਡਦਾ ਹੈ। ਜਿਹੜਾ ਸਹਿਦ ਤਾਪ ਦੇ ਦੁਖਦਾਈ ਹੈ ਨਾ ਬਾਂਸ, ਉਹੋ ਜੀ ਬਿਰਤੀ ਧਾਰਨ ਕਰਦਾ ਹੈ। ਜਿਵੇਂ ਕਬੀਰ ਜੀ ਨੇ ਕਿਹਾ ਹੈ, ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਡੂਬੋ ਕੋਏ। ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਕਹਿੰਦੇ ਬਾਂਸ ਵਰਗੇ ਔਗਣ ਨਾ ਧਾਰਨ ਕਰਿਓ। ਉਹ ਇਹ ਪ੍ਰਕਰਨ ਥੋੜਾ ਲੰਬਾ ਹੈ, ਤੇ ਟੂਕ ਮਾਤਰ ਹੀ ਬੇਨਤੀ ਕਰਾਂ। ਇਹ ਬਾਂਸ ਵਰਗੇ ਔਗਣ ਜੀਵ ਦੇ ਅੰਦਰ ਧਾਰਨ ਕੀਤੇ ਹੋਏ ਐ। ਬਦੀ ਵਾਲੇ ਖਿਆਲ ਹੈ। ਬਾਂਸ ਦੇ ਅੰਦਰ ਔਗਣ ਹੁੰਦੇ, ਇੱਕ ਤਾਂ ਉਹ ਲੰਬਾ ਹੁੰਦਾ ਬਹੁਤ ਜ਼ਿਆਦਾ, ਤੇ ਇੱਕ ਉਹਦੇ ਵਿੱਚ ਗੰਢਾਂ ਹੁੰਦੀਆਂ, ਇੱਕ ਅੰਦਰੋਂ ਪੋਲਾ ਹੁੰਦਾ, ਇੱਕ ਛਿਲਤਰਾਂ ਹੁੰਦੀਆਂ, ਇੱਕ ਆਪਸ ਵਿੱਚ ਹੀ ਰਗੜ ਖਾ ਕੇ ਉਹ ਸਾਰੇ ਜੰਗਲ ਨੂੰ ਹੀ ਸਾੜ ਕੇ ਸੁਆਹ ਕਰ ਦਿੰਦਾ। ਇਸ ਤਰ੍ਹਾਂ ਦੇ ਔਗਣ ਮਹਾਰਾਜ ਕਹਿੰਦੇ ਜੀਵ ਦੇ ਅੰਦਰ ਹੈ। ਉੱਚਾ ਲੰਮਾ ਕੀ ਹੰਕਾਰ ਦੇ ਵਿੱਚ ਰਹਿੰਦਾ, ਆਪਣੇ ਬਰਾਬਰ ਹੀ ਕਿਸੇ ਨੂੰ ਨਹੀਂ ਗਿਣਦਾ। ਤੇ ਉਪਦੇਸ਼ ਦੇ ਜੇ ਕਿਤੇ ਸੁਣਦਾ ਨਹੀਂ ਅੱਬਲ, ਤਾਂ ਜੇ ਸੁਣ ਲਵੇ ਤੇ ਅੰਦਰੋਂ ਖਾਲੀ ਹੁੰਦਾ, ਥੋਥਾ ਧਾਰਨ ਨਹੀਂ ਕਰ ਸਕਦਾ। ਦੂਸਰਿਆਂ ਨੂੰ ਸਿੱਖਿਆ ਦੇਈ ਜਾਊਗਾ, ਇਉਂ ਕਰੋ, ਇਉਂ ਕਰਨਾ ਚਾਹੀਦਾ, ਮੈਂ ਤੁਹਾਨੂੰ ਇਹ ਮਰਜ਼ਾਦਾ ਦੱਸਦਾ। ਆਪ ਦਾ ਜੀਵਨ ਅੰਦਰੋਂ ਥੋਥਾ ਖਾਲੀ ਹੁੰਦਾ ਹੈ। ਫਿਰ ਬਾਂਸ ਵਿੱਚ ਜਿਵੇਂ ਗੰਢਾਂ ਹੁੰਦੀਆਂ, ਉਹਦੇ ਅੰਦਰ ਸ਼ੰਕਿਆਂ ਦੀਆਂ ਹੀ ਗੰਢਾਂ ਪਈਆਂ ਰਹਿੰਦੀਆਂ ਹਨ। ਜਿਵੇਂ ਫਿਰ ਛਿਲਤਰਾ ਮਾਰਦਾ ਨਾ, ਈਰਖਾ ਰੂਪੀ ਛਿਲਤਰਾ ਮਾਰਦਾ ਰਹਿੰਦਾ ਹੈ। ਜਿਵੇਂ ਫਿਰ ਉਹ ਆਪਸ ਵਿੱਚ ਹੀ ਘਸਰ ਕੇ ਅੱਗ ਲਾ ਦਿੰਦਾ ਨਾ, ਬਾਂਸ ਕੁੱਲ ਘਾਤੀ ਹੁੰਦਾ। ਇਵੇਂ ਹੀ ਆਪਸ ਵਿੱਚ ਹੀ ਖਹਿਬਾਜੀ ਕਰਕੇ ਲੜ ਕੇ ਆਪਣੀ ਕੁੱਲ ਦਾ ਹੀ ਨਾਸ਼ ਕਰ ਲੈਂਦੇ ਆ। ਆਪਣੇ ਹੀ ਕੌਮ ਦਾ ਜਿਹੜਾ ਹੈ ਬਹੁਤ ਭਾਰੀ ਨੁਕਸਾਨ ਕਰ ਲੈਂਦੇ ਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ, ਬਾਂਸ ਵਰਗੀ ਬਿਰਤੀ ਧਾਰਨ ਕੀਤੀ ਹੋਈ ਹੈ, ਤੇ ਚੰਦਨ ਵਾਲੇ ਗੁਣ ਸਾਰੇ ਤਿਆਗ ਦਿੱਤੇ ਆ। ਇਹੋ ਜੀ ਮਹਾਰਾਜ ਕਹਿੰਦੇ ਹਾਲਤ ਵੈ ਜੀਵ ਦੀ। ਤਿਨ ਕੋ ਸੁਖ ਪ੍ਰਾਪਤ ਹੋਏ ਕੈਸੇ। ਦੱਸੋ ਮੌਲਾਨਾ ਜੀ, ਤਿਸ ਨੂੰ ਸੁਖ ਕਿਸ ਤਰ੍ਹਾਂ ਫਿਰ ਪ੍ਰਾਪਤ ਹੋ ਸਕਦਾ ਹੈ। ਹਰ ਤਜ ਵਿਸ਼ੇ ਗਹਿਤ ਜੋ ਐਸੇ। ਜੋ ਹਰੀ ਦੇ ਨਾਮ ਨੂੰ ਛੱਡ ਕਰਕੇ ਇਸ ਪ੍ਰਕਾਰ ਵਿਸ਼ਿਆਂ ਨੂੰ ਗ੍ਰਹਿਣ ਕਰਕੇ ਰੱਖਦੇ ਆ। ਬਿਸਰੈ ਸਭ ਹੀ ਬੈਸ ਬਤੀਤੀ। ਸਾਰੀ ਉਮਰ ਜਿਹੜੀ ਹੈ ਵਾਹਿਗੁਰੂ ਨੂੰ ਭੁੱਲਿਆ ਹੋਇਆ ਹੀ ਬਤੀਤ ਹੋ ਜਾਂਦੀ ਹੈ। ਕਬਹਿ ਨਾ ਸੁਧ ਕੀਨੀ ਹਰ ਪ੍ਰੀਤੀ। ਕਦੇ ਵੀ ਵਾਹਿਗੁਰੂ ਦੇ ਪ੍ਰੇਮ ਦੀ ਸੁੱਧ ਹੀ ਨਹੀਂ ਮਨ ਵਿੱਚ ਲਈ। ਇਸ ਪ੍ਰਕਾਰ ਕਦੇ ਆਪਣਾ ਮਨ ਨਹੀਂ ਸੁੱਧ ਕੀਤਾ, ਸੁੱਧ ਹਿਰਦੇ ਦੇ ਨਾਲ ਕਦੇ ਵਾਹਿਗੁਰੂ ਨਾਲ ਪ੍ਰੇਮ ਨਹੀਂ ਕੀਤਾ। ਜੇ ਕੋਈ ਬਾਹਰੋਂ ਦਿਖਾਵੇ ਦੇ ਕਰਮ ਕਰਦੇ ਐ, ਤਾਂ ਉਹ ਤਾਂ ਫਿਰ ਲੋਕਾਚਾਰੀ ਹੈ ਨਾ। ਪਰਮੇਸ਼ਰ ਦੇ ਨਾਲ ਸੱਚੇ ਦਿਲੋਂ ਸੁੱਧ ਹਿਰਦੇ ਨਾਲ ਪ੍ਰੀਤ ਨਹੀਂ ਕਦੇ ਇਸ ਜੀਵ ਨੇ ਕੀਤੀ। ਸੁਨਤ ਮੁਲਾਨੇ ਕੇ ਮਨ ਮਾਹੀ। ਸੁਣਿਆ ਜਦੋਂ ਮੁਲਾਨੇ ਨੇ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ, ਤੇ ਮੁਲਾਨੇ ਦੇ ਮਨ ਦੇ ਅੰਦਰ ਸ਼ਰਧਾ ਸੁਧ ਅਦ ਕਹੇ ਬਿਰਧਾਹੀ। ਬਹੁਤ ਜ਼ਿਆਦੀ ਸੁੱਧ ਸ਼ਰਧਾ ਜਿਹੜੀ ਸੀ ਅੰਦਰ ਵੱਧ ਗਈ ਫਿਰ ਸ੍ਰੀ ਗੁਰੂ ਜੀ ਦੇ ਉੱਪਰ। ਬੋਲਿਓ ਬਚਨ ਬੰਦ ਕਰ ਦੋ। ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਨ ਲੱਗਾ। ਤੁਮਰੇ ਸੰਸਰ ਔਰ ਨ ਕੋ। ਕਹਿਣ ਲੱਗਾ, ਮੌਲਾਨਾ ਮਹਾਰਾਜ ਤੁਹਾਡੇ ਬਰਾਬਰ ਕੋਈ ਹੋਰ ਹੋ ਨਹੀਂ ਸਕਦਾ। ਮੂਰਤ ਪਾਕ ਅਲਹ ਭਲ ਕੀਨੀ। ਇਹ ਤਾਂ ਪਾਕ ਪਵਿੱਤਰ ਅੱਲਾ ਨੇ ਆਪਣੀ ਮੂਰਤ ਬਣਾਉਣਾ ਕੀਤੀ ਹੈ।
ਇੰਨੀ ਸ਼ਰਧਾ ਵਧੀ ਕਿ ਹੁਣ ਮੌਲਾਨਾ ਜੀ ਨੂੰ ਮਹਾਰਾਜ ਦਾ ਦੀਦਾਰ ਹੋਣ ਲੱਗਾ। ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਏ ਮੈਨੂੰ ਤਾਂ ਇਉਂ ਮਹਿਸੂਸ ਹੋ ਰਿਹਾ ਹੈ ਕਿ ਅੱਲਾ ਨੇ ਆਪਣੀ ਪਾਕ ਪਵਿੱਤਰ ਮੂਰਤ ਜਿਹੜੀ ਹੈ ਇਹ ਭਲੀ ਆਪ ਹੀ ਧਾਰਨ ਕੀਤੀ ਹੈ। ਭਗਤ ਰੀਤ ਮਹਿ ਮਤ ਜਿਹ ਭੀਨੀ। ਭਗਤੀ ਦੀ ਪ੍ਰੇਮਾ ਰੀਤੀ ਅੰਦਰ ਪ੍ਰੇਮਾ ਭਗਤੀ ਦੀ ਰੀਤੀ ਮਰਿਆਦਾ ਦੇ ਅੰਦਰ ਤੁਹਾਡੀ ਮਤ ਜਿਹੜੀ ਉਹ ਭਿੱਜੀ ਹੋਈ ਹੈ, ਮਿਲੀ ਹੋਈ ਹੈ। ਸੁਨ ਸ੍ਰੀ ਨਾਨਕ ਉਚਰੇ ਬਚਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਸੁਣ ਕਰਕੇ ਹਜੂਰ ਨੇ ਆਪਣੇ ਸ਼੍ਰੀ ਕੰਠ ਤੋਂ ਬਚਨ ਉਚਾਰਨ ਕੀਤੇ। ਗਰਭ ਹਰਨ ਕੀ ਜਿਨ ਮਹਿ ਰਚਨਾ। ਜਿਨ੍ਹਾਂ ਬਚਨਾਂ ਦੇ ਅੰਦਰ ਹੰਕਾਰ ਨੂੰ ਨਾਸ਼ ਕਰਨ ਦੀ ਰਚਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹੋ ਜਿਹੇ ਬਚਨ ਆਪਣੇ ਮੁਖ ਤੋਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਕੀਤੇ ਹੈ। ਤੇ ਅੱਗੇ ਅੰਗ ਪਲਟਾ ਕੇ ਵੇਖੋ ਕਿੰਨੀ ਕੁ ਕਥਾ ਰਹਿੰਦੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਵੇਂ ਇਹ ਬਚਨ ਕੀਤੇ ਹੈ ਤੋ 15 ਕੁ ਮਿੰਟ ਹੋਰ ਹਨ, ਚਲੋ ਸੰਪੂਰਨ ਕਰਦੇ ਹਾਂ। ਪੜੋ। ਗਰਭ ਹਰਨ ਕੀ ਜਿਨ ਮਹਿ ਰਚਨਾ। ਜਿਨ੍ਹਾਂ ਬਚਨਾਂ ਦੇ ਅੰਦਰ ਹੰਕਾਰ ਨੂੰ ਨਾਸ਼ ਕਰਨ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਰਚਨਾ ਕੀਤੀ, ਐਸਾ ਮਹਾਰਾਜ ਆਪਣੇ ਮੁਖ ਤੋਂ ਉਪਦੇਸ਼ ਕਹਿੰਦੇ ਆ। ਸ੍ਰੀ ਮੁਖ ਬਾਕ ਬਦ ਬਖਤ ਹਮ ਚੋ ਬਖੀਲ ਗਾਫਿਲ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਐ ਕਿ ਹੇ ਮੌਲਾਨਾ ਜੀ, ਬਦ ਬਖਤ ਹਮ ਚੋ ਬਖੀਲ ਗਾਫਲ। ਇਹ ਸੱਚੇ ਪਾਤਸ਼ਾਹ ਨਿਮਰਤਾ ਨਾਲ ਹੁਣ ਅਰਦਾਸ ਕਰਨ ਦੀ ਜਾਚ ਸੱਚੇ ਪਾਤਸ਼ਾਹ ਜੀ ਦੱਸਦੇ ਐ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਮੌਲਾਨਾ ਜੀ ਆਪਣੇ ਆਪ ਨੂੰ ਭਲਾ ਨਹੀਂ ਕਹਿਣਾ ਚਾਹੀਦਾ। ਜੇ ਕਹੇ ਕਿ ਮੈਂ ਬਹੁਤ ਚੰਗਾ ਬੜਾ ਭਲਾ ਹਾਂ ਤੇ ਆਪਸ ਕੋ ਜੋ ਭਲਾ ਕਹਾਵੈ। ਮਹਾਰਾਜ ਕਹਿੰਦੇ ਜਿਹੜਾ ਆਪਣੇ ਆਪ ਨੂੰ ਭਲਾ ਕਹਾਉਂਦਾ ਹੈ ਨਾ ਤੇ ਭਲਾਈ ਜਿਹੜੀ ਆ ਉਹਦੇ ਨੇੜੇ ਨਹੀਂ ਫਿਰ ਆਉਂਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੇ ਭਗਤ ਸੱਚਮੁੱਚ ਬਣ ਜਾਂਦੇ ਆ ਉਹ ਇਉਂ ਕਹਿੰਦੇ ਹਨ। ਬਦ ਬਖਤ ਹਮ ਚੋ ਬਖੀਲ ਗਾਫਿਲ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵਰਗਾ ਕੋਈ ਬੁਰਾ ਨਹੀਂ, ਬਦ ਬਖਤ ਅਭਾਗਾ ਨਹੀਂ। ਬਖੀਲੀ ਹੁੰਦਾ ਚੁਗਲਖੋਰ, ਗਾਫਲ ਹੁੰਦਾ ਸੁਸਤ। ਇਸ ਪ੍ਰਕਾਰ ਮਹਾਰਾਜ ਮੇਰੇ ਵਰਗਾ ਨਹੀਂ ਕੋਈ ਹੈ। ਬੇਨਜ਼ਰ ਬੇਬਾਕ। ਬੇਨਜ਼ਰ ਕਹਿੰਦੇ ਆ ਢੀਠ ਨੂੰ ਜਿਹਦੀ ਨਜ਼ਰ ਨਾ ਚੰਗੀ ਹੋਵੇ। ਮਹਾਰਾਜ ਮੈਂ ਨੇਤਰਾ ਤੋਂ ਵੀ ਔਗਣ ਪਾਪ ਵਕਾਰ ਰੂਪ ਵੇਖਦਾ ਹਾਂ ਤੇ ਬੇਬਾਕ ਬੇਖੌਫ ਹਾਂ ਆਪ ਦੇ ਭੈ ਵੱਲੋਂ। ਕਦੇ ਮੈਨੂੰ ਮਹਾਰਾਜ ਤੁਹਾਡਾ ਭੈ ਨਹੀਂ ਮਨ ਵਿੱਚ ਫੁਰਦਾ ਹੈ। ਨਾਨਕ ਬਗੋਇਦ ਜਨ ਤੁਰਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਐ ਮੌਲਾਨਾ ਜੀ ਇਉਂ ਬਗੋਇਦ ਕਹਿਣਾ ਚਾਹੀਦਾ ਕਿ ਮਹਾਰਾਜ ਮੈਂ ਤੇ ਤੇਰੇ ਜਨ ਜਿਹੜੇ ਦਾਸ ਹਨ ਤੇਰੇ ਚਾਕਰਾਂ ਪਾ ਖਾਕ। ਮਹਾਰਾਜ ਮੈਨੂੰ ਤੇਰੇ ਚਾਕਰਾਂ ਦੀ ਜਿਹੜੇ ਤੇਰੇ ਸੇਵਾਦਾਰ ਨੇ ਉਹਨਾਂ ਦੀ ਖਾਕ ਧੂੜ ਮਿਲ ਜਾਵੇ ਤਾਂ ਮੇਰਾ ਭਲਾ ਹੋ ਜਾਵੇ। ਇਉਂ ਅਰਦਾਸ ਹਜੂਰ ਕਹਿੰਦੇ ਕਰਨੀ ਚਾਹੀਦੀ ਹੈ। ਕਦੇ ਗੁਣਾਂ ਦਾ ਮਾਣ ਨਹੀਂ ਰੱਖਣਾ ਚਾਹੀਦਾ। ਚੌਪਈ ਰੀਤ ਰੰਗੇ ਸਤ ਸੰਗ ਸਮਾਜੂ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਫਿਰ ਪੜੋ। ਰੀਤ ਰਤ ਰੰਗੇ ਸਤ ਸੰਗ ਸਮਾਜੂ। ਰਤ ਰੰਗੇ ਸਤ ਸੰਗ ਸਮਾਜੂ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਪਿਆਰ ਦੇ ਰੰਗ ਵਿੱਚ ਭਿੱਜੇ ਹੋਏ ਸਤ ਸੰਗਤ ਦੇ ਅੰਦਰ ਜਿਹੜੇ ਸਤ ਸੰਗਤ ਦਾ ਹੀ ਸਮਾਜ ਇਕੱਠਾ ਕਰਕੇ ਰੱਖਦੇ ਆ, ਸੇਵਾ ਕਰਦੇ ਆ, ਸਿਮਰਨ ਕਰਦੇ ਆ, ਕੀਰਤਨ ਸੁਣਦੇ ਆ, ਕਥਾ ਸੁਣਦੇ ਆ, ਮਿੱਠਾ ਬੋਲਦੇ ਆ, ਹੱਥੀਂ ਬਹੁਤ ਜ਼ਿਆਦਾ ਉਪਕਾਰ ਕਰਦੇ ਆ। ਇਉਂ ਮਹਾਰਾਜ ਕਹਿੰਦੇ ਜਿਹੜੇ ਸਤ ਸੰਗਤ ਦੇ ਪਿਆਰ ਦੇ ਰੰਗ ਵਿੱਚ ਸਦਾ ਰੰਗੇ ਰਹਿੰਦੇ ਆ। ਸਿਮਰਨ ਬਿਨਾ ਅਨੰਤ ਨਹਿ ਕਾਜੂ। ਉਹਨਾਂ ਨੂੰ ਸਿਮਰਨ ਕਰਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ। ਭਾਵੇਂ ਕਿ ਕੰਮ ਤਾਂ ਸਾਰੇ ਉਹ ਸੰਸਾਰ ਦੇ ਕਰ ਦਿੰਦੇ ਆ, ਵਿਹਾਰ ਵਾਹਿਗੁਰੂ ਜੀ ਉਹਨਾਂ ਦੇ ਸੁਤੇ ਹੀ ਪੂਰੇ ਕਰ ਦਿੰਦੇ ਆ, ਪਰ ਉਹ ਕਹਿੰਦੇ ਮਹਾਰਾਜ ਸਾਨੂੰ ਇੱਕੋ ਹੀ ਕੰਮੇ ਲਾ ਦਿਓ, ਸਿਮਰਨ ਦੇ ਬਿਨਾ ਹੋਰ ਕੋਈ ਕੰਮ ਨਹੀਂ ਕਰਦੇ। ਤਨ ਮਨ ਸੌਂਪ ਦੀਨ ਨਿਜ ਸਾਈਂ। ਜਿਨ੍ਹਾਂ ਨੇ ਆਪਣਾ ਤਨ ਤੇ ਮਨ ਵਾਹਿਗੁਰੂ ਨੂੰ ਸੌਂਪ ਦਿੱਤਾ ਏ। ਚਾਕਰ ਭਏ ਏਕ ਲਿਵ ਲਾਈ। ਵਾਹਿਗੁਰੂ ਦੇ ਨੌਕਰ ਸੇਵਕ ਬਣ ਗਏ ਇੱਕ ਪਰਮੇਸ਼ਰ ਵਿੱਚ ਲਿਵ ਲਾ ਕੇ ਸੁਰਤ ਲਾ ਕਰਕੇ। ਤਿਨ ਕੇ ਪਦ ਪੰਕਜ ਮੈਂ ਧੂਰੀ। ਮਹਾਰਾਜ ਕਹਿੰਦੇ ਅਸੀਂ ਤਾਂ ਮੌਲਾਨਾ ਜੀ ਉਹਨਾਂ ਦੇ ਚਰਨਾਂ ਕਮਲਾਂ ਦੇ ਚਰਨਾਂ ਦੀ ਧੂੜ ਆ। ਸੱਚੇ ਪਾਤਸ਼ਾਹ ਜੀ ਹਜੂਰ ਇੰਨੀ ਨਿਮਰਤਾ ਸਿਖਾਉਂਦੇ ਆ ਮੌਲਾਨਾ ਜੀ ਨੂੰ। ਮਹਾਰਾਜ ਕਹਿੰਦੇ ਐਸੇ ਵਾਹਿਗੁਰੂ ਦੇ ਸੇਵਕਾਂ ਦੀ ਜਿਨ੍ਹਾਂ ਨੂੰ ਇੱਕ ਨਾਮ ਤੋਂ ਬਿਨਾ ਹੋਰ ਕੋਈ ਕੰਮ ਨਹੀਂ, ਵਾਹਿਗੁਰੂ ਦੇ ਪ੍ਰੇਮ ਵਿੱਚ ਤਨ ਮਨ ਕਰਕੇ ਰੰਗੇ ਗਏ ਐ,
ਐਸੇ ਵਾਹਿਗੁਰੂ ਦੇ ਸੇਵਕਾਂ ਦੇ ਚਰਨਾਂ ਦੀ ਅਸੀਂ ਧੂੜ ਹਾਂ। ਗੁਣ ਨਾ ਏਕ ਔਗੁਣ ਬਹੁ ਪੂਰੀ। ਮਹਾਰਾਜ ਕਹਿੰਦੇ ਗੁਣ ਸਾਡੇ ਵਿੱਚ ਇੱਕ ਨਹੀਂ, ਔਗੁਣਾਂ ਨਾਲ ਭਰੇ ਹੋਏ ਆ। ਕਰੁਣਾ ਕਰ ਕਰੁਣਾਕਰ ਸਾਧੂ। ਇਹ ਕਿਰਪਾ ਦੇ ਕਰਨ ਵਾਲੇ ਜੋ ਕਿਰਪਾ ਦੀ ਖਾਣ ਹਨ, ਗੁਰੂ ਮਹਾਰਾਜ ਕਹਿੰਦੇ ਜੋ ਪਰਮੇਸ਼ਰ ਦੇ ਸਾਧੂ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਉਹ ਕਿਰਪਾ ਕਰ ਦਿੰਦੇ ਆ, ਕਿਰਪਾ ਦੀ ਖਾਣ ਹੁੰਦੇ ਆ। ਬਖਸ਼ੇ ਮੈਂ ਜੋ ਗਰਵ ਅਪਰਾਧੂ। ਜਿਹੜੇ ਅਸੀਂ ਗਰਵ ਵੱਡੇ ਅਪਰਾਧ ਕੀਤੇ ਐ ਉਹ ਸਾਡੇ ਬਖਸ਼ ਲੈਣ, ਇਹ ਸਾਡੀ ਇਹੋ ਹੀ ਬੇਨਤੀ ਹੈ ਸੰਤ ਜਨਾਂ ਦੇ ਅੱਗੇ, ਸਤਿਪੁਰਸ਼ਾਂ ਦੇ, ਗੁਰਮੁਖਾਂ ਦੇ ਅੱਗੇ ਕਿ ਮਹਾਰਾਜ ਜਿਹੜੇ ਵੱਡੇ ਹੀ ਅਪਰਾਧ ਕੀਤੇ ਉਹ ਬਖਸ਼ ਲਓ। ਇਹ ਸ੍ਰੀ ਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨਿਮਰਤਾ ਸਿਖਾਉਂਦੇ ਆ ਹਜੂਰ, ਕਿਉਂਕਿ ਸੱਚਖੰਡ ਵਿੱਚੋਂ ਮਹਾਰਾਜ ਗਰੀਬੀ ਲੈ ਕੇ ਆਏ ਸੱਚੇ ਪਾਤਸ਼ਾਹ ਜੀ। ਬਾਬਾ ਪੈਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ। ਇਹ ਮਹਾਰਾਜ ਗਰੀਬੀ ਦੀ, ਹਲੀਮੀ ਦੀ, ਨਿਮਰਤਾ ਦੀ ਦਾਤ ਸਤਿਗੁਰੂ ਜੀ ਵੰਡ ਰਹੇ ਹੈ। ਮੌਲਾਨਾ ਜੀ ਦੇ ਤਾਈਂ ਬਖਸ਼ਿਸ਼ ਕੀਤੀ ਹੈ, ਪਰ ਸਭ ਸੰਸਾਰ ਨੂੰ ਹੀ ਹਜੂਰ ਨੇ ਰਹਿਮਤ ਕੀਤੀ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਹਜੂਰ ਫਰਮਾਉਂਦੇ ਆ ਮੌਲਾਨਾ ਜੀ ਦੇ ਤਾਈਂ, ਬਖਸ਼ੇ ਮੈਂ ਜੋ ਗਰਵ ਅਪਰਾਧੂ। ਮਹਾਰਾਜ ਬਖਸ਼ ਲਓ ਜਿਹੜੇ ਅਸੀਂ ਵੱਡੇ ਅਪਰਾਧ ਕੀਤੇ ਐ। ਇਉਂ ਸਤਿਪੁਰਸ਼ਾਂ ਦੇ ਅੱਗੇ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਪ੍ਰੇਮ ਲੱਗਾ ਹੋਇਆ, ਉਹਨਾਂ ਨੂੰ ਸਦਾ ਇਉਂ ਹਲੀਮੀ ਨਾਲ ਕਹੇ। ਅਦਕ ਨਮਰਤਾ ਕੇ ਸੁਨ ਬੈਨਾ। ਬਹੁਤ ਜ਼ਿਆਦੀ ਨਿਮਰਤਾ ਦੇ ਜਦੋਂ ਇਹ ਬਚਨ ਸੁਣੇ ਹਨ, ਭਾਈ ਮੁਲਾਨੇ ਕੇ ਮਨ ਚੈਨਾ। ਮੌਲਾਨਾ ਜੀ ਦੇ ਮਨ ਦੇ ਅੰਦਰ ਠੰਡ ਪੈ ਗਈ, ਸ਼ਾਂਤੀ ਆ ਗਈ। ਹਵੈ ਕਰ ਦੀਨ ਜੋਰ ਜੁਗ ਹਾਥਾ। ਬਹੁਤ ਅਧੀਨ ਹੋ ਕੇ ਗਰੀਬੀ ਧਾਰ ਕੇ ਨਿਮਰਤਾ ਨਾਲ ਗੁਰੂ ਜੀ ਦੇ ਅੱਗੇ ਹੱਥ ਜੋੜ ਲਏ ਮੌਲਾਨਾ ਜੀ ਨੇ। ਵੇਖੋ ਮਹਾਰਾਜ ਦੇ ਪਹਿਲੋਂ ਜਿਹੜੇ ਸੀਗੇ ਅਧਿਆਪਕ, ਉਹਨਾਂ ਨੇ ਵੀ ਸ੍ਰੀ ਗੁਰੂ ਜੀ ਨੂੰ ਗੁਰੂ ਧਾਰਨ ਕਰ ਲਿਆ ਸੀ। ਗੋਪਾਲ ਪਾਂਧਾ ਜੀ ਨੇ ਤੇ ਕੁਤਬਦੀਨ ਮੌਲਵੀ ਵੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਲਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਸਨਮੁਖਿਓਂ ਅਧੀਨਤਾ ਦੇ ਸਹਿਤ ਖੜੇ ਆ। ਕਹਿਓ ਮੋਹਿ ਅਬ ਕਰੋ ਸਨਾਥਾ। ਕਹਿਣ ਲੱਗਾ ਮਹਾਰਾਜ ਮੈਨੂੰ ਨਿਹਾਲ ਕਰ ਦਿਓ, ਮੇਰਾ ਵੀ ਭਲਾ ਕਰ ਦਿਓ। ਛਿਮਹੁ ਬਚਨ ਜੋ ਸਨਮੁਖ ਭਾਖੇ। ਮਹਾਰਾਜ ਜਿਹੜੇ ਆਪ ਦੇ ਸਾਹਮਣੇ ਮੈਂ ਅਯੋਗ ਬੋਲ ਕਹੇ ਆ ਨਾ, ਮਹਾਰਾਜ ਮੈਨੂੰ ਖਿਮਾ ਕਰ ਦਿਓ। ਇਉਂ ਮੌਲਾਨਾ ਜੀ ਸਤਿਗੁਰਾਂ ਜੀ ਤੋਂ ਮਾਫੀ ਮੰਗਦੇ ਆ। ਹਾਉ ਅਨਜਾਨ ਢੀਠਤਾ ਰਾਖੇ। ਮਹਾਰਾਜ ਮੈਂ ਅਣਜਾਣ ਆਪ ਦੀ ਮਹਿਮਾ ਤੋਂ ਸੱਚੇ ਪਾਤਸ਼ਾਹ ਮੈਂ ਢੀਠਤਾ ਧਾਰਨ ਕਰਕੇ ਰੱਖ ਕੇ ਬੋਲੀ ਗਿਆ ਹਾਂ। ਜੋ ਤੁਮਰੇ ਮਨ ਨਿਸਚਾ ਗੂੜਾ। ਜੋ ਮਹਾਰਾਜ ਤੁਹਾਡੇ ਮਨ ਦੇ ਅੰਦਰ ਅੱਲਾ ਦੇ ਪਿਆਰ ਦਾ ਨਿਸ਼ਚਾ ਜਿਹੜਾ ਹੈ ਬੜਾ ਪੱਕਾ ਏ। ਕੋ ਲਖ ਸਕਹਿ ਜਗਤ ਨਰ ਮੂੜਾ। ਮਹਾਰਾਜ ਜਗਤ ਦੇ ਜਿਹੜੇ ਨਰ ਮਨੁੱਖ ਹਨ, ਇਹ ਮੂਰਖ ਕੀ ਲੱਗ ਸਕਦੇ, ਕੀ ਜਾਣ ਸਕਦੇ ਹਨ ਆਪ ਜੀ ਦੀ ਵੱਡੀ ਵਡਿਆਈ ਨੂੰ। ਚਰਨ ਸ਼ਰਨ ਮੈਂ ਕੀਨੋ ਪਰਨਾ। ਮਹਾਰਾਜ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕੇ ਮੈਂ ਆਸਰਾ ਲਿਆ ਆਪ ਦੇ ਚਰਨਾਂ ਦਾ। ਹਰਿ ਮੋਹਿ ਜਗ ਜਨਮ ਜੋ ਮਰਨਾ। ਜਗਤ ਦੇ ਅੰਦਰ ਜੋ ਜਨਮ ਲੈ ਕੇ ਆਉਣਾ ਤੇ ਮਰ ਕੇ ਇਥੋਂ ਜਾਣਾ, ਮਹਾਰਾਜ ਮੇਰਾ ਨਾਸ਼ ਕਰ ਦਿਓ, ਜੰਮਣ ਮਰਨ ਮੇਰਾ ਕੱਟ ਦਿਓ। ਮੌਲਵੀ ਕੁਤਬਦੀਨ ਨੇ ਵੀ ਹਜੂਰ ਦੇ ਕੋਲੋਂ ਇਹ ਦਾਤ ਮੰਗੀ ਹੈ। ਬਿਰਧਨ ਤੇ ਤੁਮ ਬਿਰਧ ਵਡੇਰੇ। ਮਹਾਰਾਜ ਬਿਰਧਾਂ ਤੋਂ ਤੁਸੀਂ ਵੱਡੇ ਬਿਰਧ ਹੋ, ਭਾਵ ਸਿਆਣਿਆਂ ਤੋਂ ਵੱਡੇ ਸਿਆਣੇ ਹੋ। ਕਰ ਉਪਦੇਸ਼ ਕਟੋ ਦੁਖ ਮੇਰੇ। ਮਹਾਰਾਜ ਉਪਦੇਸ਼ ਕਰਕੇ ਮੇਰੇ ਸਾਰੇ ਦੁੱਖ ਕੱਟ ਦਿਓ। ਦੀਨ ਬੰਦ ਦੁਖ ਦਲਨ ਦਇਆ ਨਿਧ। ਮਹਾਰਾਜ ਆਪ ਦਇਆ ਦੇ ਨਿਧ ਸਮੁੰਦਰ ਹੋ। ਸੇ ਸੱਚੇ ਪਾਤਸ਼ਾਹ ਦੀਨਾਂ ਦੇ ਉੱਤੇ, ਗਰੀਬਾਂ ਤੇ ਦਇਆ ਕਰਨ ਵਾਲੇ ਹੋ। ਫਿਰ ਪੜੋ, ਦੀਨ ਬੰਦ ਦੁਖ ਦਲਨ ਦਇਆ ਨਿਧ। ਦੀਨਾਂ ਗਰੀਬਾਂ ਦੇ ਸੰਬੰਧੀ ਹੋ। ਸੱਚੇ ਪਾਤਸ਼ਾਹ ਦੁੱਖਾਂ ਨੂੰ ਦਲਣ ਵਾਲੇ ਹੋ ਤੇ ਦਇਆ ਦੇ ਸਮੁੰਦਰ ਹੋ। ਬਚਨ ਅਧੀਨ ਸੁਨੇ ਜਬ ਅਸ ਬਿਦ। ਜਦੋਂ ਇਸ ਤਰੀਕੇ ਨਾਲ ਬੜੀ ਅਧੀਨਤਾ ਵਾਲੇ ਨਿਮਰਤਾ ਦੇ ਸਹਿਤ ਮੌਲਾਨਾ ਜੀ ਦੇ ਕਹੇ ਹੋਏ ਬੋਲ ਹਜੂਰ ਨੇ ਸੁਣੇ ਆ। ਦਇਆ ਦ੍ਰਿਸ਼ਟ ਦੇਖੀ ਸੁਖਦਾਨੀ। ਸੁੱਖਾਂ ਦੇ ਦੇਣ ਵਾਲੇ ਸੱਚੇ ਪਾਤਸ਼ਾਹ ਜੀ ਨੇ ਦਇਆ ਦ੍ਰਿਸ਼ਟੀ ਦੇ ਨਾਲ ਗਰੀਬ ਨਿਵਾਜ ਜੀ ਨੇ ਮੌਲਾਨਾ ਜੀ ਵੱਲ ਤੱਕਿਆ। ਮ੍ਰਿਦੁਲ ਮਧੁਰ ਬੋਲੇ ਮੁਖ ਬਾਨੀ। ਤੇ ਮੁਖ ਤੋਂ ਸਤਿਗੁਰੂ ਜੀ ਬਹੁਤ ਕੋਮਲ ਮਿੱਠਾ ਬੋਲ ਗਰੀਬ ਨਿਵਾਜ ਆਪਣੇ ਮੁਖ ਤੋਂ ਬੋਲੇ। ਮਨ ਕੰਚਨ ਜਗ ਸਿਕਤਾ ਮਾਹੀ। ਮਹਾਰਾਜ ਕਹਿੰਦੇ ਮੌਲਾਨਾ ਜੀ ਮਨ ਕੰਚਨ ਸੋਇਨੇ ਦੀ ਨਿਆਈ ਹੈ।
ਜਗਤ ਦੇ ਪਦਾਰਥ ਜਿਹੜੇ ਆ, ਜਗਤ ਦੇ ਸੁਖ ਜਿਹੜੇ ਆ, ਇਹ ਰੇਤ ਦੀ ਨਿਆਈ ਹਨ। ਬੀਨ ਬੀਨ ਇਕੱਠੇ ਕਰ ਤਾਹੀਂ, ਬੀਨ ਬੀਨ ਚੁਣ ਚੁਣ ਕੇ ਮਨ ਰੂਪੀ ਸੋਨੇ ਨੂੰ ਇਹ ਪਦਾਰਥਾਂ ਰੂਪੀ ਰੇਤ ਵਿੱਚੋਂ ਇਕੱਠਾ ਕਰ ਲੈਣਾ ਚਾਹੀਦਾ ਹੈ। ਭਾਵ ਇੱਕ ਇੱਕ ਫੁਰਨਾ ਰੋਕ ਲੈਣਾ ਚਾਹੀਦਾ ਹੈ। ਫੁਰਨਿਆਂ ਨਾਲ ਮਨ ਨੂੰ ਖਿੰਡਣ ਨਹੀਂ ਦੇਣਾ ਚਾਹੀਦਾ। ਫੁਰਨੇ ਦਾ ਨਾਮ ਹੀ ਮਨ ਹੈ। ਫੁਰਨੇ ਰੋਕ ਕੇ ਮਹਾਰਾਜ ਕਹਿੰਦੇ ਪ੍ਰਭੂ ਦੀ ਪ੍ਰੀਤ ਵਿੱਚ ਲਾਉਣਾ ਚਾਹੀਦਾ ਏ। ਤਪ ਅਗਨੀ ਮਹਿ ਭਗਤ ਕੁਠਾਲੀ, ਮਹਾਰਾਜ ਕਹਿੰਦੇ ਜਦੋਂ ਫਿਰ ਤਪ ਨਹੀਂ, ਤਪ ਵੇਖ ਕੇ ਪੜੋ ਨਾ। ਤਪ ਅਗਨੀ ਮਹਿ ਭਗਤ ਕੁਠਾਲੀ, ਤਪ ਰੂਪੀ ਅਗਨੀ ਫਿਰ ਮਹਾਰਾਜ ਕਹਿੰਦੇ ਬਾਲਣਾ ਕਰੋ, ਤੇ ਪ੍ਰੇਮਾ ਭਗਤੀ ਰੂਪੀ ਕੁਠਾਲੀ ਦੇ ਅੰਦਰ ਮਹਾਰਾਜ ਕਹਿੰਦੇ ਮਨ ਰੂਪੀ ਸੋਨੇ ਨੂੰ ਪਾਉਣਾ ਕਰੋ। ਜਿਹੜਾ ਵਾਹਿਗੁਰੂ ਦਾ ਨਾਮ ਜਪਣਾ ਨਾ, ਜਿਹੜਾ ਅੰਮ੍ਰਿਤ ਵੇਲੇ ਉੱਠਣਾ, ਬੰਦਗੀ ਕਰਨੀ, ਨਿਤਨੇਮ ਕਰਨਾ, ਇਹ ਤਾਂ ਹੈ ਤਪ ਕਰਨਾ। ਸੇਵਾ ਕਰਨੀ ਇਹ ਵੀ ਹੈ ਤਪ ਕਰਨਾ। ਇਹ ਤਪ ਰੂਪੀ ਅਗਨ ਨੂੰ ਬਾਲਣਾ ਕਰੇ। ਤੇ ਜਿਹੜਾ ਪ੍ਰੇਮ ਕਰਨਾ, ਪ੍ਰੇਮਾ ਭਗਤੀ ਕਰਨੀ ਹੈ, ਇਹ ਕੁਠਾਲੀ ਹੈ। ਮਹਾਰਾਜ ਕਹਿੰਦੇ ਇਹਦੇ ਵਿੱਚ ਭਾਈ ਮਨ ਰੂਪੀ ਸੋਨਾ ਜਿਹੜਾ ਹੈ ਉਹ ਪਾਉਣਾ ਕਰੋ। ਵਿਸ਼ੇ ਮਲਹਿਤ ਲਿਹੋ ਤਿਹ ਗਾਲੀ, ਤੇ ਫਿਰ ਜਦੋਂ ਸੋਨਾ ਭੱਠੀ 'ਚ ਪਾ ਕਰਕੇ ਤੇ ਉਹਨੂੰ ਤਾ ਦਈਦਾ, ਉਹਦੀ ਮੈਲ ਸਾਰੀ ਜਿਹੜੀ ਉਹ ਚਲੀ ਜਾਂਦੀ ਹੈ। ਇਧਰ ਵਿਸ਼ਿਆਂ ਦੀ ਜਿਹੜੀ ਮੈਲ ਹੈ ਨਾ ਮਨ ਦੇ ਉੱਤੋਂ, ਫਿਰ ਸਾਰੀ ਹੀ ਚਲੀ ਜਾਂਦੀ ਹੈ। ਇਸ ਪ੍ਰਕਾਰ ਜਿਹੜਾ ਮਨ ਜਿਹੜਾ ਜੜਤਾ ਨੂੰ ਧਾਰਨ ਕੀਤਾ, ਹੁਣ ਜਿਵੇਂ ਸੋਨਾ ਕਠੋਰ ਹੁੰਦਾ ਫਿਰ, ਤੇ ਜਦੋਂ ਗਲ ਜਾਂਦਾ ਉਦੋਂ ਫਿਰ ਸਾਰੀਆਂ ਹੀ ਚੀਜ਼ਾਂ ਇੱਕ ਥਾਂ ਰਲ ਜਾਂਦੀਆਂ ਹਨ। ਇਉਂ ਜਦੋਂ ਫਿਰ ਮਨ ਨੂੰ ਤਾ ਦਈ ਨਾ ਭਗਤੀ ਦਾ, ਤੇ ਇਸ ਪ੍ਰਕਾਰ ਪ੍ਰੇਮ ਰੂਪੀ ਕੁਠਾਲੀ 'ਚ ਪਾ ਕਰਕੇ ਫਿਰ ਸਾਰੇ ਫੁਰਨੇ ਛੱਡ ਕੇ ਇੱਕ ਥਾਂ ਤੇ ਹੀ ਮਨ ਇਕਾਗਰ ਹੋ ਜਾਂਦਾ ਏ। ਅਲੰਕਾਰ ਘਰ ਸਰਲ ਅਧੀਰਾ, ਤੇ ਫਿਰ ਜਿਹੜਾ ਅਲੰਕਾਰ ਗਹਿਣੇ ਕਿਹੜੇ ਕਰਨੇ ਐ, ਸਰਲ ਹੋ ਜਾਣਾ ਮਨ ਨੇ, ਧੀਰਜ ਵਿੱਚ ਆ ਜਾਣਾ। ਆ ਧੀਰਜ ਜਿਹੜੀ ਉਹ ਛੱਡ ਦਿੰਦਾ, ਫਿਰ ਡੋਲਣਾ ਛੱਡ ਦਿੰਦਾ ਹੈ, ਤੇ ਮਨ ਜਿਹੜਾ ਇੱਕ ਰਸ ਫਿਰ ਜਿਹੜਾ ਧੀਰਜ ਪਕੜ ਲੈਂਦਾ ਏ। ਤਿਹ ਮਹਿ ਜਟੋ ਨਾਮ ਹਰ ਹੀਰਾ, ਐਸਾ ਸੋਨੇ ਦੀ ਨਿਆਈ ਸੁੱਧ ਕਰਕੇ ਨਾ ਮਨ ਨੂੰ, ਤੇ ਉਹਦੇ ਵਿੱਚ ਮਹਾਰਾਜ ਕਹਿੰਦੇ ਨਾਮ ਰੂਪੀ ਹੀਰਾ ਜਿਹੜਾ ਨਾ, ਇਹ ਮੌਲਾਨਾ ਜੀ ਜੜਨਾ ਕਰੋ। ਔਰ ਪਹਿਰਾਵੋ ਪਰਮ ਪਵਿੱਤਰਾ, ਇਹ ਪਰਮ ਸਭ ਤੋਂ ਵੱਡਾ ਪਵਿੱਤਰ ਜਿਹੜਾ ਗਹਿਣਾ ਹੈ ਨਾ, ਇਹ ਫਿਰ ਹਿਰਦੇ ਰੂਪੀ ਕੰਠ ਦੇ ਅੰਦਰ ਪਾਉਣਾ ਕਰੋ। ਸ਼ੋਭਾ ਲੋਕਨ ਉਬੈ ਬਚਿਤਰਾ, ਦੋਵਾਂ ਲੋਕਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਅਸਚਰਜੀ ਸ਼ੋਭਾ ਫਿਰ ਹੋਵੇਗੀ। ਸਤ ਨਾਮ ਇੱਕ ਚਿਤ ਲਿਵ ਲਾਈ, ਇੱਕ ਚਿੱਤ ਫਿਰ ਮਹਾਰਾਜ ਕਹਿੰਦੇ ਸੱਚੇ ਨਾਮ ਦੇ ਅੰਦਰ ਲਿਵ ਜਿਹੜੀ ਆ ਉਹ ਲੱਗ ਜਾਵੇਗੀ। ਜਪੋ ਦੇਹ ਅਭਿਮਾਨ ਗਵਾਈ, ਜਪੋ ਫਿਰ ਨਾਮ ਨੂੰ, ਦੇਹ ਦਾ ਜਿਹੜਾ ਹੈ ਮਾਣ ਗਵਾ ਕਰਕੇ, ਦੇਹ ਦਾ ਅਧਿਆਸ ਜਿਹੜਾ ਹੈ ਗਵਾ ਕਰਕੇ ਫਿਰ ਨਾਮ ਨੂੰ ਜਪਣਾ ਚਾਹੀਏ। ਸਤ ਸੰਗਤ ਕੀ ਸੇਵ ਅਭੰਗਾ, ਤੇ ਇੱਕ ਰਸ ਸਤ ਸੰਗਤ ਦੀ ਸੇਵਾ ਜਿਹੜੀ ਹੈ ਉਹ ਕਰੋ। ਕਰੋ ਸੁਖਦ ਨਿਤ ਸੰਗ ਉਮੰਗਾ, ਤੇ ਸੁਖ ਦੇ ਸਹਿਤ ਉਤਸ਼ਾਹ ਨਾਲ ਕਰਨਾ ਕਰੋ। ਜੋ ਵੀ ਕੁਝ ਕੋਲ ਹੋਵੇ ਸਤ ਸੰਗਤ ਦੀ ਸੇਵਾ ਤੋਂ ਕਦੇ ਮਨ ਆਪਣਾ ਪਿੱਛੇ ਨਹੀਂ ਹਟਾਉਣਾ ਚਾਹੀਦਾ। ਬਚਨਾ ਯੁੱਧ ਕੇ ਸੰਗ ਮੁਲਾਨਾ, ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਹਨ ਇਹ ਆਯੁਧ ਸ਼ਸਤਰ ਦੀ ਨਿਆਈ ਹਨ। ਤੇ ਸੱਚੇ ਪਾਤਸ਼ਾਹ ਦੇ ਜਦੋਂ ਸਾਹਮਣੇ ਹੋਇਆ ਮੌਲਾਨਾ, ਤੇ ਸ੍ਰੀ ਗੁਰੂ ਜੀ ਦੇ ਬਚਨਾਂ ਰੂਪੀ ਸ਼ਸਤਰ ਦੇ ਨਾਲ ਕਾਇਲ ਭਾ ਤਨ ਸੁਧ ਵਿਸਰਾਨਾ, ਇਹਦਾ ਜਿਹੜਾ ਮਨ ਸੀ ਨਾ ਉਹ ਘਾਇਲ ਹੋ ਗਿਆ। ਇਹਨੂੰ ਸੁੱਧ ਵਿਸਰੀ ਗਈ ਸੰਸਾਰ ਦੀ, ਫਿਰ ਮੌਲਾਨਾ ਜੀ ਨੂੰ ਭੁੱਲੀ ਗਈ ਸੰਸਾਰ ਦੀ ਸਾਰੀ ਸੁੱਧ। ਵਿਸ਼ਿਆਂ ਵੱਲੋਂ ਮਨ ਪਲਟ ਗਿਆ, ਮਨ ਜ਼ਖਮੀ ਹੋ ਗਿਆ। ਤੇ ਸਮੇਂ ਸ੍ਰੀ ਗੁਰੂ ਜੀ ਦੇ ਬਚਨਾਂ ਰੂਪੀ ਸ਼ਸਤਰ ਦੇ ਨਾਲ ਅਤ ਤੀਖਨ ਸੋ ਭਿੱਦ ਗਇਓ ਮਰਮੂ, ਬਹੁਤ ਤਿੱਖਾ ਸਤਿਗੁਰਾਂ ਜੀ ਦਾ ਬਚਨ ਰੂਪੀ ਸ਼ਸਤਰ, ਜਿਹਦੇ ਨਾਲ ਇਹਦਾ ਨਰਮ ਥਾਂ ਜਿਹੜਾ ਰਹਿਦਾ ਸੀ ਉਹ ਵਿੰਨਿਆ ਗਿਆ। ਛਿਦੇ ਅੰਗ ਹਉਮੈ ਸੰਗ ਭਰਮੂ, ਤੇ ਹਉਮੈ ਦਾ ਅੰਗ ਤੇ ਭਰਮ ਦਾ ਅੰਗ ਕੱਟਿਆ ਗਿਆ। ਸਾਰਾ ਹੀ ਭਰਮ ਨਾਸ਼ ਹੋ ਗਿਆ, ਹਉਮੈ ਅੰਦਰੋਂ ਨਾਸ਼ ਹੋ ਗਈ। ਸ੍ਰੀ ਗੁਰੂ ਜੀ ਦੇ ਬਚਨਾਂ ਰੂਪੀ ਸ਼ਸਤਰ ਦੇ ਨਾਲ ਹਉਮੈ ਦਾ ਅੰਗ ਤੇ ਭਰਮ ਦਾ ਅੰਗ ਕੱਟਿਆ ਗਿਆ। ਜਗਤ ਅਸਾਰ ਜਾਨ ਦੁਖ ਖਾਨੀ, ਜਾਣ ਲਿਆ ਕਿ ਜਗਤ ਤਾਂ ਝੂਠਾ ਹੈ ਤੇ ਦੁੱਖਾਂ ਦੀ ਖਾਣ ਹੈ ਇਹ ਸੰਸਾਰ। ਸ੍ਰੀ ਗੁਰ ਕੀ ਮਹਿਮਾ ਪਹਿਚਾਨੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਮਹਿਮਾ ਵੱਡੀ ਤੇ ਸਮੇਂ ਜਾਣ ਲਈ ਮੌਲਾਨਾ ਜੀ ਨੇ
ਮਹਾਰਾਜ ਦੀ ਮਹਿਮਾ ਨੂੰ ਇਹਨਾਂ ਨੇ ਵੇਖਿਆ ਜਾਣਿਆ। ਬੰਦ ਹਾਥ ਦੋ ਕਰੀ ਸੋ ਬੰਦਨ, ਦੋਵੇਂ ਹੱਥ ਜੋੜ ਕੇ ਸਤਿਗੁਰਾਂ ਜੀ ਦੇ ਚਰਨਾਂ ਕਮਲਾਂ ਤੇ ਬੰਦਨਾ ਕੀਤੀ ਤੁਮ ਕੀਏ ਮਮ ਅਗਿਆਨ ਨਿਕੰਦਨ। ਤੇ ਹੱਥ ਜੋੜ ਕੇ ਮੌਲਾਨਾ ਜੀ ਨੇ ਕਿਹਾ, ਇਹ ਸੱਚੇ ਪਾਤਸ਼ਾਹ ਤੁਸੀਂ ਮੇਰਾ ਅਗਿਆਨ ਕੱਟ ਦਿੱਤਾ ਏ। ਪੂਰਨ ਪੁਰਖ ਰੂਪ ਹਰ ਸਾਧੂ, ਮਹਾਰਾਜ ਆਪ ਪੂਰਨ ਪੁਰਖ ਹੋ, ਹਰੀ ਦਾ ਸਰੂਪ ਹੋ। ਮਹਾਰਾਜ ਸਾਧੂਆਂ ਦੇ ਵੱਡੇ ਸਾਧੂ ਹੋ, ਸਾਧ ਰੂਪ ਆਪਣਾ ਤਨ ਧਾਰਿਆ। ਇਉਂ ਸੱਚੇ ਪਾਤਸ਼ਾਹ ਪੂਰਨ ਪੁਰਖ ਹੋ। ਨਰਨ ਉਧਾਰ ਹੋ ਬੁੱਧ ਅਗਾਧੂ, ਮਹਾਰਾਜ ਆਪ ਜੀ ਦੀ ਬੁੱਧ ਜਿਹੜੀ ਹੈ ਡੂੰਗੀ ਹੈ, ਜੀਆਂ ਦਾ ਉਧਾਰ ਕਰਨ ਲਈ ਸੰਸਾਰ ਤੇ ਆਏ ਹੋ। ਕਮਲ ਬਦਨ ਜੋ ਤੁਮ ਉਰ ਆਵੈ, ਇਹ ਕਮਲ ਸ਼੍ਰੀ ਕੇ ਮੁਖੜੇ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ, ਜਿਵੇਂ ਮਹਾਰਾਜ ਤੁਹਾਡੇ ਮਨ ਵਿੱਚ ਜਿਵੇਂ ਤੁਹਾਡੀ ਇੱਛਾ ਦਿਲ ਦੀ ਆਉਂਦੀ ਹੈ, ਦਸ ਬਿਦ ਕਰੋ ਨਾ ਕੋ ਉਲਟਾਵੈ। ਮਹਾਰਾਜ ਉਵੇਂ ਹੀ ਆਪ ਕਰੋ ਆਪਣੀ ਮੌਜ ਅਨੁਸਾਰ ਹੀ, ਕੋਈ ਤੁਹਾਡੇ ਬਚਨ ਨੂੰ ਨਹੀਂ ਉਲਟਾਵੇਗਾ। ਮੈਂ ਅਬ ਸੁਨਿਓ ਜੋ ਤੁਮ ਉਪਦੇਸ਼ੂ, ਮਹਾਰਾਜ ਜਿਹੜਾ ਮੈਂ ਹੁਣ ਸੁਣਿਆ ਨਾ ਆਪ ਜੀ ਦਾ ਉਪਦੇਸ਼, ਜਪੋ ਨਾਮ ਤਜ ਜਗਤ ਕਲੇਸੂ। ਮਹਾਰਾਜ ਜਗਤ ਦੇ ਸਾਰੇ ਕਲੇਸ਼ ਛੱਡ ਕਰਕੇ ਮੈਂ ਹੁਣ ਨਾਮ ਹੀ ਜਪਾਂਗਾ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸਿੱਖਿਆ ਦਿੱਤੀ ਹੈ ਨਾ। ਮਹਾਰਾਜ ਸਾਹਿਬ ਜੀ ਕਹਿੰਦੇ ਐ ਕਿ ਸਾਰੇ ਜੰਜਾਲ ਛੱਡ ਕੇ ਭਜਨ ਕਰੋ। ਤੇ ਮੌਲਾਨਾ ਜੀ ਕਹਿੰਦੇ ਮਹਾਰਾਜ ਮੇਰੇ ਤੇ ਅਸਰ ਹੋ ਗਿਆ ਆਪ ਦੇ ਉਪਦੇਸ਼ ਦਾ, ਹੁਣ ਸਾਰੇ ਹੀ ਕਲੇਸ਼ ਸੰਸਾਰ ਦੇ ਜੰਜਾਲ ਦੁੱਖ ਛੱਡ ਕਰਕੇ ਮੈਂ ਕੇਵਲ ਅੱਲਾ ਦੀ ਬੰਦਗੀ ਕਰਾਂਗਾ। ਅਸ ਕਹਿ ਗਮਨਿਓ ਧਾਮ ਮੁਲਾਨਾ, ਇਸ ਤਰ੍ਹਾਂ ਕਹਿ ਕੇ ਮੌਲਾਨਾ ਜੀ ਆਪਣੇ ਘਰ ਨੂੰ ਚੱਲ ਪਏ। ਨਹਿ ਕਹਿ ਸੋ ਤਿਹ ਬਚਨ ਬਖਾਨਾ, ਤੇ ਬਥੇਰਾ ਫਿਰ ਮੌਲਾਨਾ ਜੀ ਨੂੰ ਸਾਰੇ ਬੁਲਾ ਰਹੇ, ਪਰ ਕਿਸੇ ਨਾਲ ਵੀ ਮੌਲਾਨਾ ਜੀ ਨੇ ਕੋਈ ਗੱਲ ਹੀ ਨਹੀਂ ਕੀਤੀ, ਕਿਉਂਕਿ ਮਹਾਰਾਜ ਕਿਰਪਾ ਕਰ ਦਿੱਤੀ ਹੈ। ਪਰਮੇਸ਼ਵਰ ਦਿਸ਼ ਪ੍ਰੀਤ ਸੋ ਜਾਗੀ, ਪਰਮੇਸ਼ਰ ਦੇ ਵੱਲ ਨੂੰ ਪ੍ਰੀਤ ਜਾਗ ਪਈ ਮੌਲਾਨਾ ਜੀ ਦੇ ਮਨ ਦੇ ਅੰਦਰ। ਵਿਖਿਆਨ ਤਿਆਗ ਏਕ ਲਿਵ ਲਾਗੀ, ਵਿਸ਼ਿਆਂ ਨੂੰ ਤਿਆਗ ਕੇ ਇੱਕ ਪਰਮੇਸ਼ਰ ਦੀ ਲਿਵ ਲੱਗ ਗਈ ਪ੍ਰੀਤ ਸਹਿਤ। ਜੀਵਤ ਜਪਤ ਰਹਿਓ ਸੋ ਨਾਮੂ, ਜਿੰਨਾ ਚਿਰ ਮੌਲਾਨਾ ਜੀ ਜਿਉਂਦੇ ਰਹੇ ਅੱਲਾ ਦੀ ਬੰਦਗੀ ਕਰਦੇ ਰਹੇ, ਨਾਮ ਜਪਦੇ ਰਹੇ। ਅੰਤ ਕਾਲ ਗਮਨਿਓ ਹਰ ਧਾਮੂ, ਤੇ ਜਦੋਂ ਅੰਤ ਦਾ ਸਮਾਂ ਹੋਇਆ ਉਦੋਂ ਫਿਰ ਨਿਰੰਕਾਰ ਦੇ ਦੇਸ਼ ਵਿੱਚ ਗਏ, ਸੱਚਖੰਡ ਵਿੱਚ ਗਏ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕੋਈ ਵਿਤਕਰਾ ਨਹੀਂ ਰੱਖਿਆ। ਜਿਹੜਾ ਵੀ ਕੋਈ ਸਾਹਮਣੇ ਆ ਗਿਆ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਉਸੇ ਨੂੰ ਹੀ ਨਿਹਾਲ ਕਰ ਦਿੱਤਾ। ਇਸ ਪ੍ਰਕਾਰ ਇਹ 8 ਅਧਿਆਇ ਸੰਪੂਰਨ ਹੋ ਗਏ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜੂਰ ਦੇ ਪਵਿੱਤਰ ਪਰਿਵਾਰ ਦਿਆਂ ਜੋ ਸ਼ਹੀਦੀਆਂ ਦੇ ਦਿਹਾੜੇ ਹਨ ਉਹ ਆ ਰਹੇ ਹੈ। ਤੇ ਸਿੱਖ ਸੰਗਤਾਂ ਦੇ ਸਿੰਘਾਂ ਦੇ ਹੁਕਮ ਮੁਤਾਬਕ ਕਿ ਵਿਸ਼ੇਸ਼ ਕਰਕੇ ਚਮਕੌਰ ਸਾਹਿਬ ਜੀ ਦੀ ਕਥਾ ਅਤੇ ਸਾਕਾ ਸਰਹੰਦ ਜੋ ਸ਼ਹੀਦੀ ਸਾਕਾ ਉਹਦੀ ਕਥਾ ਜਿਹੜੀ ਹੈ ਹੁਣ ਬਾਕੀ ਸ਼ੇਸ਼ ਦਿਨਾਂ ਵਿੱਚ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਨਾਲੇ, ਤੇ ਕੱਲ੍ਹ ਨੂੰ ਸੰਗਰਾਂਦ ਦੇ ਪੁਰਬ ਦੀ ਕਥਾ ਹੋਵੇਗੀ। ਤੇ ਤਕਰੀਬਨ ਫਿਰ ਪਰਸੋਂ ਤੋਂ ਆਪਾਂ ਲੜੀਵਾਰ ਇਹ ਕਥਾ ਸੋ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਵੇਂ ਗਰੀਬ ਨਵਾਜ਼ ਨੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਛੱਡਿਆ ਹੈ, ਉਹ ਵਿਸਥਾਰ ਸਹਿਤ ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨਗੇ ਆਪਾਂ ਸਰਵਣ ਕਰਾਂਗੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ। ਤੇ ਇਹ ਲੜੀਵਾਰ ਕਥਾ ਫਿਰ ਉਸ ਤੋਂ ਬਾਅਦ 9ਵੇਂ ਪ੍ਰਸੰਗ ਤੋਂ ਆਪਾਂ ਅੱਗੇ ਆਰੰਭ ਕਰ ਲਵਾਂਗੇ। ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਜੀਵਤ ਜਬਤ ਰਹਿਓ ਸੋ ਨਾਮੂ, ਅੰਤ ਕਾਲ ਗਮਨਿਓ ਹਰ ਧਾਮੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख भंजन गुण तास, हे संगी हे निरंकार, हे निर्गुण सब टेक, हे
हे गोबिंद हे गुण निधान जाकै सदा विवेक हे अपरंपर हर हरे हह पी होवन हार हे संत कै सदा संग नेदारा आधार हे ठाकुर हूँ दास रो मैं निर्गुण गुण नहीं कोए नानक दीजै नाम दान राखो हियै परोए आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो श्रद्धा कर सेम दे गुर पार उतारन हार कथा निता प्रत होत है सुनो सो सिंह सो जान नानक गुरु गोबिंद सिंह जी सदा करै कल्याण नानक गुरु गोबिंद सिंह जी सदा करै कल्याण वाहिगुरु जी का खालसा वाहिगुरु जी की फतेह।